ਮੁੱਖ ਮੰਤਰੀ ਦੇ ਅਹੁਦਿਆਂ ਤੇ ਬੈਠੇ ਲੋਕ, ਕੈਬਨਿਟ ਦੇ ਵਿੱਚ ਅਹੁਦਿਆਂ ਤੇ ਰਹੇ ਜਾਂ ਉੱਚੇ ਅਹੁਦਿਆਂ ਤੇ ਰਹੇ ਲੋਕ ਜਦੋਂ ਵੋਟਾਂ ਮੰਗਣ ਜਾਂਦੇ ਆ ਤਾਂ ਉਹਨਾਂ ਨੂੰ ਪੈਸੇ ਦੇਣ ਦੀ ਜ਼ਰੂਰਤ ਪੈਂਦੀ ਹੈ, ਨਸ਼ੇ ਵੰਡਣ ਦੀ ਜ਼ਰੂਰਤ ਪੈਂਦੀ ਹੈ। ਇਹ ਸਵਾਲ ਤਾਂ ਫਿਰ ਉੱਠਣਗੇ ਹੀ ਕਿ ਰਾਜਸੀ ਆਗੂਆਂ ਦੀ ਭਰੋਸੇਯੋਗਤਾ ਕਿਉਂ ਨਹੀਂ ਰਹੀ। ਆਪਾਂ ਜੇ ਹੁਣ ਦੀ ਗੱਲ ਕਰਦੇ ਹਾਂ, ਵਜ਼ਾਰਤ ਤੋਂ ਅਸਤੀਫਾ ਦੇ ਕੇ ਆਪਣੇ ਘਰ 'ਚ ਬੈਠੇ ਨਵਜੋਤ ਸਿੱਧੂ ਪੰਜਾਬੀ ਦੀ ਹਰ ਜ਼ੁਬਾਨ ਤੇ ਚਰਚਾ 'ਚ ਹੈ। ਨਵਜੋਤ ਸਿੰਘ ਸਿੱਧੂ ਇੱਕ ਇਹੋ ਜਿਹਾ ਲੀਡਰ ਮੈਨੂੰ ਲੱਗਦਾ ਪੰਜਾਬੀਆਂ ਨੂੰ ਨਜ਼ਰ ਆ ਰਿਹਾ ਹੈ ਜਿਹੜਾ ਆਪਣੇ ਅਸੂਲਾਂ ਲਈ ਜਾਂ ਆਪਣੀ ਸੋਚ ਲਈ ਆਪਣੇ ਅਹੁਦਿਆਂ ਨੂੰ ਠੁੱਡੇ ਮਾਰ ਸਕਦਾ ਹੈ। ਤੁਸੀਂ ਦੇਖੋ, ਉਹਨੇ ਪਹਿਲਾਂ ਤੇ ਰਾਜ ਸਭਾ ਦੀ ਸੀਟ ਛੱਡੀ। ਮੇਰੇ ਖਿਆਲ ਅੱਜ ਦੇ ਜ਼ਮਾਨੇ 'ਚ ਕੋਈ ਸਿਆਸਤਦਾਨ ਛੋਟੀ ਤੋਂ ਛੋਟੀ ਚੀਜ਼ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹਨੇ ਆਪਣੀ ਰਾਜ ਸਭਾ ਦੀ ਸੀਟ ਨੂੰ ਠੁਕਰਾ ਦਿੱਤਾ। ਰੀਜ਼ਨ ਬੀਇੰਗ, ਉਹਨੂੰ ਲੱਗਾ ਕਿ ਭਾਜਪਾ ਨੇ ਮੇਰੇ ਨਾਲ ਧੋਖਾ ਕੀਤਾ ਹੈ। ਜੇ ਉਹਨੂੰ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੀ ਸੋਚ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ ਔਰ ਇਹ ਮਾਫੀਆ ਰਾਜ ਜਾਂ ਲੁੱਟ ਖਸੁੱਟ ਵਾਲਾ ਕੰਮ ਦੁਬਾਰਾ ਸ਼ੁਰੂ ਹੋ ਰਿਹਾ ਇੱਥੇ, ਮੇਰੇ ਖਿਆਲ 'ਚ ਉਹਨੇ ਉਹਦੇ 'ਚ ਹਿੱਸੇਦਾਰ ਬਣਨ ਦੀ ਥਾਂ ਤੇ ਕੈਬਨਿਟ ਨੂੰ ਛੱਡਣਾ ਠੀਕ ਸਮਝਿਆ ਔਰ ਉਹ ਬਾਹਰ ਨਿਕਲ ਕੇ ਆਰਾਮ ਨਾਲ ਬੈਠ ਗਿਆ। ਇਹ ਠੀਕ ਹੈ, ਕਾਂਗਰਸ ਹਾਈ ਕਮਾਂਡ ਨੇ ਸ਼ਾਇਦ ਉਹਨਾਂ ਨੂੰ ਇਹ ਜ਼ਰੂਰ ਕਿਹਾ ਹੋਏਗਾ ਕਿ ਤੁਸੀਂ ਬਾਹਰ ਜਾ ਕੇ ਬੋਲਣਾ ਨਹੀਂ, ਤੁਸੀਂ ਚੁੱਪ ਕਰਕੇ ਬੈਠੋ, ਅਸੀਂ ਕੋਈ ਚੇਂਜਸ ਲੈ ਕੇ ਆਵਾਂਗੇ। 1 ਸਾਲ ਨਿਕਲ ਗਿਆ, ਹੋਇਆ ਕੁਛ ਨਹੀਂ। ਜਗਤਾਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜੇ ਲੀਡਰ ਨਹੀਂ ਵਿਕਦੇ ਹੈਗੇ ਉਹਨਾਂ ਦਾ ਨਾਂ ਜਿਹੜਾ ਉਹ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਲੋਕਾਂ 'ਚ ਮਹੱਤਵ ਰੱਖਦਾ ਹੈ ਜਾਂ ਵਿਕਦਾ ਹੈਗਾ ਜਾਂ ਉਹਦਾ ਮੁੱਲ ਹੈਗਾ। ਲੋਕ ਕੋਈ ਤੀਜਾ ਬਦਲ ਚਾਹੁੰਦੇ ਸਨ। ਲੋਕੀ ਇਹ ਦੋਨੋਂ ਰਵਾਇਤੀ ਪਾਰਟੀਆਂ ਜਿਹੜੀਆਂ ਕਾਂਗਰਸ ਤੇ ਦੂਜੇ ਪਾਸੇ ਅਕਾਲੀ ਦਲ, ਭਾਜਪਾ, ਇਹਨਾਂ ਤੋਂ ਕਾਫੀ ਤੁਸੀਂ ਕਹਿ ਸਕਦੇ ਹੋ ਨਾ ਖੁਸ਼ ਵੀ ਸਨ। ਔਰ ਜਿਹੋ ਜਿਹਾ ਮਾਫੀਆ ਰਾਜ ਬਿਲਡ ਹੋਇਆ ਪਿਛਲੇ 15-20 ਸਾਲ ਦੇ ਵਿੱਚ ਸੂਬੇ 'ਚ, ਔਰ ਜੋ ਲੁੱਟ ਖਸੁੱਟ ਹੋਈ ਜੀ, ਔਰ ਜਿਵੇਂ ਪੰਜਾਬ ਦੇ ਵੋਟਰ ਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਵੀ ਸੱਤਾ 'ਚ ਆਇਆ, ਉਹਨਾਂ ਨੇ ਆਪਣੇ ਘਰ ਭਰਨ ਦੀ ਕੋਸ਼ਿਸ਼ ਕੀਤੀ। ਲੋਕ ਉਸ ਗੱਲ ਤੋਂ ਮੈਨੂੰ ਲੱਗਦਾ ਹੈ ਸੂਬੇ ਦੇ ਬਹੁਤ ਦੁਖੀ ਨੇ। जिस तरह के पहले भी गल हो चुकी है, पॉलिटिक्स पंजाब की ते हिंदुस्तान की इन्नी गंदगी हो चुकी है कि पॉलिटिक्स हमेशा नाल एक लफ्ज़ लगता है कि डर्टी पॉलिटिक्स है। नवजोत सिंह सिद्धू की गल है, उत्थे इस कोई शक नहीं कि नवजोत सिंह सिद्धू की जिहड़ी सियासी अक्स है, परसनल तौर पर जिहड़ी उन्होंने साफ सुथरी इमेज है, वो बिल्कुल सही है। लोगों ने उन्होंने पसंद करते हैं। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਪੰਜਾਬ ਦੀ ਰਾਜਨੀਤੀ 'ਚ ਅਕਸਰ ਇਹ ਚਰਚਾ ਰਹਿੰਦੀ ਹੈ ਕਿ ਰਾਜਸੀ ਨੇਤਾਵਾਂ ਦੀ ਕੋਈ ਭਰੋਸੇਯੋਗਤਾ ਨਹੀਂ ਰਹੀ, ਬਲਕਿ ਜਿਹੜਾ ਸ਼ਬਦ ਹੈ ਇਹਨੂੰ ਨਾ ਪੱਖ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਮਿਸਾਲ ਵਜੋਂ, ਜੇਕਰ ਕੋਈ ਇੱਕ ਵਿਅਕਤੀ ਕਿਸੇ ਨਾਲ ਬੇਈਮਾਨੀ ਕਰਦਾ ਹੈ, ਹੇਰਾਫੇਰੀ ਕਰਦਾ ਹੈ, ਤਾਂ ਉਸ ਬਾਰੇ ਕਿਹਾ ਜਾਂਦਾ ਹੈ ਕਿ ਰਾਜਨੀਤੀ ਕਰ ਰਿਹਾ ਹੈ। ਮੁੱਖ ਮੰਤਰੀ ਦੇ ਅਹੁਦਿਆਂ ਤੇ ਬੈਠੇ ਲੋਕ, ਕੈਬਨਿਟ ਦੇ ਵਿੱਚ ਅਹੁਦਿਆਂ ਤੇ ਰਹੇ ਜਾਂ ਉੱਚੇ ਅਹੁਦਿਆਂ ਤੇ ਰਹੇ ਲੋਕ ਜਦੋਂ ਵੋਟਾਂ ਮੰਗਣ ਜਾਂਦੇ ਆ ਤਾਂ ਉਹਨਾਂ ਨੂੰ ਪੈਸੇ ਦੇਣ ਦੀ ਜ਼ਰੂਰਤ ਪੈਂਦੀ ਹੈ, ਨਸ਼ੇ ਵੰਡਣ ਦੀ ਜ਼ਰੂਰਤ ਪੈਂਦੀ ਹੈ। ਇਹ ਸਵਾਲ ਤਾਂ ਫਿਰ ਉੱਠਣਗੇ ਹੀ ਕਿ ਰਾਜਸੀ ਆਗੂਆਂ ਦੀ ਭਰੋਸੇਯੋਗਤਾ ਕਿਉਂ ਨਹੀਂ ਰਹੀ। ਸਿੱਕੇ ਦਾ ਦੂਜਾ ਪਹਿਲੂ ਵੀ ਹੈ। ਪੰਜਾਬੀ ਜੇਕਰ ਉਹਨਾਂ ਦੀ ਕੋਈ ਭਰੋਸੇਯੋਗਤਾ ਜਿੱਤ ਲੈਂਦਾ ਹੈ ਤਾਂ ਵਹੀਰਾਂ ਵੱਧ ਕੇ ਪਿੱਛੇ ਤੁਰ ਪੈਂਦੇ ਹੈ। ਅਸੀਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਪੰਜਾਬੀ ਸਿਮਰਜੀਤ ਸਿੰਘ ਮਾਨ ਦੇ ਪਿੱਛੇ ਵਹੀਰਾਂ ਘੱਤ ਕੇ ਤੁਰ ਪਏ। ਅਸੀਂ ਪਿਛਲੀ ਚੋਣ ਵੇਲੇ ਉਹ ਸਮਾਂ ਵੀ ਦੇਖਿਆ ਹੈ ਜਦੋਂ ਥੋੜ੍ਹੇ ਜਿਹੇ ਸਮੇਂ 'ਚ ਪਰਦੇ 'ਤੇ ਰਾਜਨੀਤੀ 'ਚ ਉੱਭਰ ਕੇ ਸਾਹਮਣੇ ਆਏ ਅਰਵਿੰਦ ਕੇਜਰੀਵਾਲ। ਪੰਜਾਬੀਆਂ ਨੇ ਉਸ ਨੂੰ ਭਰਮਾ ਹੁੰਗਾਰਾ ਦਿੱਤਾ। ਇਹ ਅਰਸੇ ਦੌਰਾਨ ਹੋਰ ਵੀ ਕਈ ਨੇਤਾ ਹੋਣਗੇ ਜਿਨ੍ਹਾਂ ਨੂੰ ਪੰਜਾਬੀਆਂ ਨੇ ਆਪਣੇ ਹੱਥਾਂ 'ਤੇ ਚੁੱਕਿਆ। ਆਪਾਂ ਜੇ ਹੁਣ ਦੀ ਗੱਲ ਕਰਦੇ ਹਾਂ, ਵਜ਼ਾਰਤ ਤੋਂ ਅਸਤੀਫਾ ਦੇ ਕੇ ਆਪਣੇ ਘਰ 'ਚ ਬੈਠੇ ਨਵਜੋਤ ਸਿੱਧੂ ਪੰਜਾਬੀ ਦੀ ਹਰ ਜ਼ੁਬਾਨ ਤੇ ਚਰਚਾ 'ਚ ਹੈ। ਕੇਵਲ ਨਵਜੋਤ ਸਿੱਧੂ ਨਹੀਂ, ਸਗੋਂ ਇਸ ਪੀੜ੍ਹੀ ਦੇ ਕਈ ਹੋਰ ਨੇਤਾ ਵੀ ਪੰਜਾਬੀਆਂ ਦੀ ਜ਼ੁਬਾਨ ਤੇ ਚਰਚਾ 'ਚ ਹੈ। ਇਹ ਸਹੀ ਹੈ ਕਿ ਰਾਜਨੀਤੀ ਦਾ ਜਿਹੜਾ ਗੰਦਲਾਪਣ ਹੈ ਉਹ ਇੱਕ ਬਦਨਾਮੀ ਦੀ ਵਜ੍ਹਾ ਬਣ ਰਿਹਾ ਹੈ, ਪਰ ਅਜੇ ਵੀ ਕੁਝ ਧਿਰਾਂ, ਕੁਝ ਚਿਹਰੇ ਅਜਿਹੇ ਹੈ ਜਿਹੜੇ ਪੌਪ ਠਾਲੇ ਦੇ ਸੂਰਜ ਦੀ ਤਰ੍ਹਾਂ ਧਰਤੀ 'ਤੇ ਰੋਸ਼ਨੀ ਬਿਖੇਰਦੇ ਹੈ। ਸੂਰਜ ਨੂੰ ਆਪਣੀ ਰੋਸ਼ਨੀ ਲਈ ਕਦੇ ਢੰਡੋਰਾ ਪਿੱਟਣ ਦੀ ਲੋੜ ਨਹੀਂ ਪੈਂਦੀ, ਨਾ ਹੀ ਪਾਣੀਆਂ ਨੂੰ ਦੱਸਣ ਦੀ ਲੋੜ ਪੈਂਦੀ ਹੈ ਕਿ ਉਹ ਮਾਨਵਤਾ ਦੀ ਪਿਆਸ ਬੁਝਾਉਂਦਾ ਹੈ।
ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਸਾਡੇ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਜਿਹੜੇ ਜੁੜ ਚੁੱਕੇ ਆ, ਹਰਕਮਲਜੀਤ ਸਿੰਘ ਜੀ, ਏਐਸ ਪ੍ਰਾਸ਼ਰ, ਅੰਮ੍ਰਿਤਸਰ ਤੋਂ ਰਾਜਨ ਮਾਨ, ਤਿੰਨਾਂ ਹੀ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ ਹਾਂ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿੱਦਾਂ ਮੈਂ ਸ਼ੁਰੂ ਵਿੱਚ ਕਮੈਂਟ ਕੀਤੇ ਹੈ ਕਿ ਅਕਸਰ ਰਾਜਸੀ ਆਗੂਆਂ ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਉੱਠਦੇ ਹੈ, ਪਰ ਮੈਂ ਉਸ ਨੇਤਾ ਦੀ ਐਗਜ਼ਾਮਪਲ ਦਿੱਤੀ ਹੈ ਨਵਜੋਤ ਸਿੱਧੂ ਦੀ। ਤੁਹਾਨੂੰ ਵੀ ਚੇਤੇ ਹੋਏਗਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਆਖਰੀ ਮੌਕੇ ਤੇ ਜਿਹੜਾ ਪਾਕਿਸਤਾਨ ਦੇ ਅੰਦਰ ਇੱਕ ਸਮਾਗਮ ਹੋਇਆ ਸੀ, ਉੱਥੇ ਉਹਨਾਂ ਨੇ ਆਪਣੇ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਤੋਂ ਬਾਅਦ ਕਦੇ ਉਹ ਨੇਤਾ ਨਾ ਕਦੇ ਰਾਜਸੀ ਰੈਲੀ 'ਚ ਨਜ਼ਰ ਆਇਆ, ਨਾ ਕਦੇ ਉਹ ਕਿਸੇ ਮੀਡੀਆ ਕਾਨਫਰੰਸ ਨੂੰ ਸੰਬੋਧਨ ਕੀਤਾ, ਨਾ ਹੀ ਕਦੇ ਉਹਨੇ ਆਪਣੀ ਮਸ਼ਹੂਰੀ ਦੇ ਲਈ ਇਸ਼ਤਿਹਾਰ ਦਿੱਤਾ। ਇਸ ਦੇ ਬਾਵਜੂਦ ਉਸਦਾ ਨਾਂ ਹਰ ਪੰਜਾਬੀ ਦੀ ਜ਼ੁਬਾਨ ਤੇ ਹੈ। ਹਰਕਮਲ ਜੀ, ਕੀ ਲੱਗਦਾ ਹੈ ਕਿ ਜੇ ਕੁਝ ਆਗੂਆਂ ਨੇ ਭਰੋਸੇਯੋਗਤਾ ਬਚਾਈ ਹੋਵੇ ਤਾਂ ਲੋਕ ਵੀ ਉਸ ਨੂੰ ਹੱਥਾਂ ਦੇਖਦੇ ਹੋ ਇਸ ਸਾਰੇ ਸੰਦਰਭ ਦੇ ਵਿੱਚ? ਹਰਕਮਲ ਜੀ। ਜਗਤਾਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜੇ ਲੀਡਰ ਨਹੀਂ ਵਿਕਦੇ ਹੈਗੇ, ਉਹਨਾਂ ਦਾ ਨਾਂ ਜਿਹੜਾ ਉਹ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਲੋਕਾਂ 'ਚ ਮਹੱਤਵ ਰੱਖਦਾ ਹੈ ਜਾਂ ਵਿਕਦਾ ਹੈਗਾ ਜਾਂ ਉਹਦਾ ਮੁੱਲ ਹੈਗਾ। ਮੇਰੇ ਖਿਆਲ 'ਚ ਜਿਹੜੇ ਪਿਛਲੇ 10, 15, 20 ਸਾਲ ਜਿਹੜੇ 2 ਦਹਾਕੇ ਸੀ ਸਾਡੇ ਪੰਜਾਬ ਦੇ ਵੋਟਰਾਂ ਨੇ ਬਹੁਤ ਵੱਡਾ ਸੰਤਾਪ ਭੋਗਿਆ। ਲੋਕ ਕੋਈ ਤੀਜਾ ਬਦਲ ਚਾਹੁੰਦੇ ਸਨ। ਲੋਕੀ ਇਹ ਦੋਨੋਂ ਰਵਾਇਤੀ ਪਾਰਟੀਆਂ ਜਿਹੜੀਆਂ ਕਾਂਗਰਸ ਤੇ ਦੂਜੇ ਪਾਸੇ ਅਕਾਲੀ ਦਲ, ਭਾਜਪਾ, ਇਹਨਾਂ ਤੋਂ ਕਾਫੀ ਤੁਸੀਂ ਕਹਿ ਸਕਦੇ ਹੋ ਨਾ ਖੁਸ਼ ਵੀ ਸਨ, ਤੰਗ ਵੀ ਸਨ। ਔਰ ਜਿਹੋ ਜਿਹਾ ਮਾਫੀਆ ਰਾਜ ਬਿਲਡ ਹੋਇਆ ਪਿਛਲੇ 15-20 ਸਾਲ ਦੇ ਵਿੱਚ ਸੂਬੇ 'ਚ, ਔਰ ਜੋ ਲੁੱਟ ਖਸੁੱਟ ਹੋਈ ਜੀ, ਔਰ ਜਿਵੇਂ ਪੰਜਾਬ ਦੇ ਵੋਟਰ ਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਵੀ ਸੱਤਾ 'ਚ ਆਇਆ, ਉਹਨਾਂ ਨੇ ਆਪਣੇ ਘਰ ਭਰਨ ਦੀ ਕੋਸ਼ਿਸ਼ ਕੀਤੀ। ਲੋਕ ਉਸ ਗੱਲ ਤੋਂ ਮੈਨੂੰ ਲੱਗਦਾ ਸੂਬੇ ਦੇ ਬਹੁਤ ਦੁਖੀ ਨੇ, ਔਰ ਉਹ ਇੱਕ ਜਿਹੜਾ ਤੀਜਾ ਬਦਲ ਚਾਹੁੰਦੇ ਸੀ ਉਹਨਾਂ ਨੂੰ ਮਿਲ ਨਹੀਂ ਸਕਿਆ। ਲੋਕਾਂ ਨੂੰ ਲੱਗਾ ਸੀ ਕਿ ਜਦੋਂ ਕੇਜਰੀਵਾਲ ਦੀ ਪਾਰਟੀ ਉੱਠੀ ਉਹਨਾਂ ਨੇ ਬਹੁਤ ਸਮਰਥਨ ਦਿੱਤਾ, ਪਰ ਜਦੋਂ ਕੇਜਰੀਵਾਲ ਦਾ ਉਹਨਾਂ ਨੂੰ ਇੱਕ ਤੁਸੀਂ ਕਹਿ ਸਕਦੇ ਹੋ ਪੰਜਾਬ ਵਿਰੋਧੀ ਚਿਹਰਾ ਜਿਹੜਾ ਸੀ ਨਜ਼ਰ ਆ ਗਿਆ, ਪੰਜਾਬੀਆਂ ਨੇ ਉਹਨੂੰ ਵੀ ਸਪੋਰਟ ਨਹੀਂ ਕੀਤੀ। ਉਹਨਾਂ ਨੂੰ ਲੱਗਿਆ ਕਿ ਇੱਕ ਬਾਹਰ ਦੇ ਸੂਬਿਆਂ ਦੇ ਲੋਕ ਆ ਕੇ ਸਾਡੇ ਤੇ ਇੱਕ ਕਿਸਮ ਦਾ ਕਾਬਜ਼ ਹੋ ਰਹੇ ਨੇ, ਉਹ ਉੱਥੋਂ ਵੀ ਮੂੰਹ ਮੋੜ ਗਏ ਜੀ। ਔਰ ਲੇਕਿਨ ਮਸਲਾ ਇਹ ਵੇ ਕਿ ਉਹਨਾਂ ਨੂੰ ਤੀਜਾ ਬਦਲ ਨਾ ਮਿਲਣ ਕਰਕੇ ਉਹ ਵਿਚਾਰੇ ਨਿਰਾਸ਼ਾ ਦੇ ਆਲਮ 'ਚ ਰਹੇ, ਔਰ ਇਹ ਰਵਾਇਤੀ ਪਾਰਟੀਆਂ ਨੂੰ ਉਹਦਾ ਫਾਇਦਾ ਮਿਲਦਾ ਰਿਹਾ। ਪਰ ਮੈਨੂੰ ਲੱਗਦਾ ਜਿਹੜਾ ਜਿਵੇਂ ਤੁਸੀਂ ਗੱਲ ਕਹੀ ਹੈ ਨਵਜੋਤ ਸਿੰਘ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਇੱਕ ਇਹੋ ਜਿਹਾ ਲੀਡਰ ਮੈਨੂੰ ਲੱਗਦਾ ਪੰਜਾਬੀਆਂ ਨੂੰ ਨਜ਼ਰ ਆ ਰਿਹਾ ਹੈ ਜਿਹੜਾ ਆਪਣੇ ਅਸੂਲਾਂ ਲਈ ਜਾਂ ਆਪਣੀ ਸੋਚ ਲਈ ਆਪਣੇ ਅਹੁਦਿਆਂ ਨੂੰ ਠੁੱਡੇ ਮਾਰ ਸਕਦਾ ਹੈ। ਤੁਸੀਂ ਦੇਖੋ, ਉਹਨੇ ਪਹਿਲਾਂ ਤੇ ਰਾਜ ਸਭਾ ਦੀ ਸੀਟ ਛੱਡੀ। ਮੇਰੇ ਖਿਆਲ ਅੱਜ ਦੇ ਜ਼ਮਾਨੇ 'ਚ ਕੋਈ ਸਿਆਸਤਦਾਨ ਛੋਟੀ ਤੋਂ ਛੋਟੀ ਚੀਜ਼ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹਨੇ ਆਪਣੀ ਰਾਜ ਸਭਾ ਦੀ ਸੀਟ ਨੂੰ ਠੁਕਰਾ ਦਿੱਤਾ। ਰੀਜ਼ਨ ਬੀਇੰਗ ਉਹਨੂੰ ਲੱਗਾ ਕਿ ਭਾਜਪਾ ਨੇ ਮੇਰੇ ਨਾਲ ਧੋਖਾ ਕੀਤਾ ਹੈ ਜਾਂ ਮੈਨੂੰ ਪੰਜਾਬ ਸੂਬੇ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਉਸ ਰਾਜ ਸਭਾ ਦੀ ਜਿਹੜੀ 6 ਸਾਲ ਦੀ ਸੀਟ ਸੀ ਉਹਨੂੰ ਉਹ ਠੁੱਡਾ ਮਾਰ ਕੇ ਵਾਪਸ ਆ ਗਿਆ। ਉਹਦੇ ਤੋਂ ਬਾਅਦ ਜੇ ਉਹਨੂੰ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੀ ਸੋਚ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ ਔਰ ਇਹ ਮਾਫੀਆ ਰਾਜ ਜਾਂ ਲੁੱਟ ਘਸੋਟ ਵਾਲਾ ਕੰਮ ਦੁਬਾਰਾ ਸ਼ੁਰੂ ਹੋ ਰਿਹਾ ਇੱਥੇ, ਮੇਰੇ ਖਿਆਲ 'ਚ ਉਹਨੇ ਉਹਦੇ 'ਚ ਹਿੱਸੇਦਾਰ ਬਣਨ ਦੀ ਥਾਂ ਤੇ ਕੈਬਨਿਟ ਨੂੰ ਛੱਡਣਾ ਠੀਕ ਸਮਝਿਆ ਔਰ ਉਹ ਬਾਹਰ ਨਿਕਲ ਕੇ ਆਰਾਮ ਨਾਲ ਬੈਠ ਗਿਆ। ਇਹ ਠੀਕ ਹੈ, ਕਾਂਗਰਸ ਹਾਈ ਕਮਾਂਡ ਨੇ ਸ਼ਾਇਦ ਉਹਨਾਂ ਨੂੰ ਇਹ ਜ਼ਰੂਰ ਕਿਹਾ ਹੋਏਗਾ ਕਿ ਤੁਸੀਂ ਬਾਹਰ ਜਾ ਕੇ ਬੋਲਣਾ ਨਹੀਂ, ਤੁਸੀਂ ਚੁੱਪ ਕਰਕੇ ਬੈਠੋ, ਅਸੀਂ ਕੋਈ ਚੇਂਜਸ ਲੈ ਕੇ ਆਵਾਂਗੇ। 1 ਸਾਲ ਨਿਕਲ ਗਿਆ, ਹੋਇਆ ਕੁਛ ਨਹੀਂ, ਉਹ ਆਰਾਮ ਨਾਲ ਚੁੱਪ ਕਰਕੇ ਘਰ ਬੈਠਾ ਹੋਇਆ। ਪਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਇੱਕ ਗੱਲ ਇਹ ਸਮਝ ਪੈ ਗਈ ਹੈ ਕਿ ਇਹ ਇੱਕ ਇਕੱਲਾ ਸਿਆਸਤਦਾਨ ਪੰਜਾਬ ਦੀ ਸਿਆਸਤ 'ਚ ਇਸ ਵੇਲੇ ਨਜ਼ਰ ਆ ਰਿਹਾ ਹੈ ਜਿਹੜਾ ਕਿ ਆਪਣੇ ਸੋਚ, ਆਪਣੇ ਅਸੂਲਾਂ ਔਰ ਜਿਹੜੀ ਗੱਲ ਉਹਨੇ ਜ਼ਬਾਨ 'ਚੋਂ ਕੱਢੀ ਹੋਈ ਹੈ ਉਹਦੇ ਲਈ ਖੜਾ ਹੋ ਸਕਦਾ ਹੈ ਔਰ ਉਹਦੇ ਤੇ ਪਹਿਰਾ ਦੇ ਸਕਦਾ ਹੈ। ਔਰ ਇਸ ਲੀਡਰ 'ਚ ਮੈਨੂੰ ਲੱਗਦਾ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀਆਂ ਸਾਡੀਆਂ ਪ੍ਰੋਬਲਮਸ ਹੈਗੀਆਂ ਸੂਬੇ ਦੀਆਂ ਕਿ ਕਰਪਸ਼ਨ ਬਹੁਤ ਜ਼ਿਆਦਾ ਹੈ, ਮਾਫੀਆ ਰਾਜ ਖਤਮ ਨਹੀਂ ਹੋ ਰਿਹਾ ਸਾਡੇ ਤੋਂ, ਲੁੱਟ ਖਸੁੱਟ ਖਤਮ ਨਹੀਂ ਹੋ ਰਹੀ, ਜੇ ਇਹੋ ਜਿਹਾ ਕੋਈ ਲੀਡਰ ਅੱਗੇ ਆ ਜਾਏ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਜਿਹੜਾ ਲੁੱਟ ਖਸੁੱਟ ਵਾਲਾ ਰਾਜ ਹੈਗਾ ਉਹਦੇ ਤੋਂ ਕੋਈ ਨਿਜਾਤ ਮਿਲ ਸਕੇ। ਮੈਨੂੰ ਲੱਗਦਾ ਕਿ ਇਹੋ ਇੱਕ ਕਾਰਨ ਹੈਗਾ ਅੱਜ ਵੀ ਉਹਦੇ ਬਿਲਕੁਲ ਪਰਦੇ ਦੇ ਪਿੱਛੇ ਚਲੇ ਜਾਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੇ ਲੋਕ ਉਹਨੂੰ ਪਸੰਦ ਕਰ ਰਹੇ ਨੇ। ਲੋਕ ਚਾਹੁੰਦੇ ਨੇ ਕਿ ਉਹ ਦੁਬਾਰਾ ਅੱਗੇ ਆ ਕੇ ਲੀਡ ਕਰੇ, ਲੋਕ ਚਾਹੁੰਦੇ ਨੇ ਕਿ ਉਹ ਸੂਬੇ ਨੂੰ ਅਗਵਾਈ ਦੇਏ,
ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਪਾਰਟੀ ਹਾਈਕਮਾਂਡ, ਕਾਂਗਰਸ ਹਾਈਕਮਾਂਡ ਨਵਜੋਤ ਨੂੰ ਕਦੋਂ ਤੇ ਕਿਹੜੇ ਥਾਂ ਤੇ ਸਾਹਮਣੇ ਲਿਆਉਣਾ ਚਾਹੇਗੀ, ਕੀ ਜ਼ਿੰਮੇਵਾਰੀ ਦੇਣਾ ਚਾਹੇਗੀ। ਲੱਗਦਾ ਜ਼ਰੂਰ ਹੈਗਾ, ਜੋ ਖਬਰਾਂ ਹੈਗੀਆਂ ਕਿ ਨਵਜੋਤ ਸਿੰਘ ਨੂੰ ਪਾਰਟੀ ਹਾਈਕਮਾਂਡ ਨੇ ਕਿਹਾ ਕਿ ਤੁਸੀਂ ਜੁਲਾਈ ਦੇ ਐਂਡ ਤੱਕ ਵੇਟ ਕਰੋ, ਔਰ ਪਾਰਟੀ ਤੁਹਾਨੂੰ ਕੋਈ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ। ਔਰ ਮੈਨੂੰ ਲੱਗਦਾ ਕਿ ਪਾਰਟੀ ਹਾਈਕਮਾਂਡ ਇਹ ਵੀ ਮਹਿਸੂਸ ਕਰ ਰਹੀ ਹੈ ਕਿ ਇਲੈਕਸ਼ਨਾਂ 'ਚ ਹੁਣ ਜਦੋਂ ਕੋਈ 1.5 ਸਾਲ ਹੀ ਬਾਕੀ ਰਹਿ ਗਿਆ, ਇਹੋ ਜਿਹਾ ਬੰਦਾ ਉਹਨਾਂ ਨੂੰ ਫੀਲਡ 'ਚ ਉਤਾਰਨਾ ਪਏਗਾ ਜਿਹੜਾ ਕਿ ਪਾਰਟੀ ਦਾ ਅਕਸ ਦੁਬਾਰਾ ਬਿਲਡ ਕਰ ਸਕੇ, ਲੋਕਾਂ 'ਚ ਜਾ ਕੇ ਪਾਰਟੀ ਪ੍ਰੋਗਰਾਮਾਂ ਦੀ ਗੱਲ ਕਰ ਸਕੇ ਔਰ ਪਾਰਟੀ ਨੂੰ ਅਗਲੀ ਇਲੈਕਸ਼ਨ ਲਈ ਖੜਾ ਕਰ ਸਕੇ। ਬਿਲਕੁਲ ਠੀਕ ਹੈ ਕਮਲ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਪ੍ਰਾਸ਼ਾ ਜੀ, ਮੈਂ ਇਸੇ ਮੁੱਦੇ ਤੇ ਤੁਹਾਡੇ ਤੋਂ ਜਵਾਬ ਚਾਹਾਂਗਾ। ਜਿੱਦਾਂ ਹਰਕਵਲ ਜੀ ਦੇ ਆਪਣੇ ਕਮੈਂਟਸ ਹੈਗੇ ਆ, ਇੱਕ ਪਾਸੇ ਪੰਜਾਬ ਦੀ ਵੈਸੇ ਇੱਕੋ ਫਾਰਮੂਲਾ ਲਾਗੂ ਹੁੰਦਾ ਹੈ ਕ੍ਰੈਡੀਬਿਲਿਟੀ ਦਾ ਕਿ ਬਹੁਤ ਵੱਡਾ ਇੱਕ ਸਵਾਲ ਚਿਹਰੇ ਹੈਗੇ ਆ ਜਿਹੜੇ ਅੱਜ ਇੱਕ ਭਰੋਸੇਯੋਗਤਾ ਲਈ ਆਪਣੀ ਥਾਂ ਰੱਖਦੇ ਆ, ਲੋਕ ਜਿਨ੍ਹਾਂ ਦੀ ਚਰਚਾ ਕਰਦੇ ਇੱਕ ਵੱਖਰੇ ਐਂਗਲ ਤੋਂ ਸਾਰਾ ਕੁਝ ਜਾ ਰਿਹਾ ਹੈ। ਪ੍ਰਾਸ਼ਾ ਜੀ, ਤੁਹਾਡਾ ਵੀ ਬੜਾ ਲੰਬਾ ਤਜਰਬਾ ਹੈ, ਤੁਸੀਂ ਇਸ ਸੰਦਰਭ ਵਿੱਚ ਕੀ ਕਹੋਗੇ? ਜਗਤਾਰ ਜੀ, ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਪਹਿਲੇ ਵੀ ਗੱਲ ਹੋ ਚੁੱਕੀ ਹੈ, ਪੋਲੀਟਿਕਸ ਪੰਜਾਬ ਦੀ ਕਿ ਹਿੰਦੁਸਤਾਨ ਦੀ ਇੰਨੀ ਗੰਦਲੀ ਹੋ ਚੁੱਕੀ ਹੈ ਕਿ ਪੋਲੀਟਿਕਸ ਨਾਲ ਹਮੇਸ਼ਾ ਨਾਲ ਇੱਕ ਲਫ਼ਜ਼ ਲੱਗਦਾ ਹੈ ਕਿ ਡਰਟੀ ਪੋਲੀਟਿਕਸ ਹੈ ਜੀ, यानी अगर पॉलिटिक्स है तो डर्टी ही है। और मैं समझदा है कि पॉलिटिक्स ਦੇ ਵਿੱਚ अगर कोई बंदा साफ सुथरा है या वो राजनीति नहीं करता या अपने वादे उत्ते नहीं खड़ता तो समझते हैं कि ਇਹਦੇ ਲਈ ਕਾਬਿਲ ਹੀ नहीं है। सो ਬੇਭਰੋਸੇਯੋਗਤਾ ਸਿਆਸਤ ਦੇ ਵਿੱਚ डिसकुआलीफिकेशन नहीं, ਉਹਨੂੰ ਕੁਆਲੀਫਿਕੇਸ਼ਨ ਸਮਝਿਆ ਜਾਂਦਾ ਕਿ ਆਹ ਬੰਦਾ ਇਹੋ ਜਿਹਾ ਹੈਗਾ ਜਿਹੜਾ ਕਿ ਮੌਕੇ ਦੇ ਮੁਤਾਬਕ ਦੇਖ ਕੇ ਆਪਣੇ ਰੰਗ ਵੀ ਬਦਲ ਜਾਂਦਾ, ਉਹ ਇਸ ਕਰਕੇ ਕਾਮਯਾਬ ਹੈ। ਤੁਸੀਂ ਆਪਾਂ ਚਾਰੋਂ ਪਾਸੇ ਆਪਾਂ ਨਜ਼ਰ ਦੌੜਾ ਕੇ ਦੇਖ ਲਈਏ, ਅੱਜ ਤੁਹਾਨੂੰ ਕਈ ਬੰਦੇ ਮਿਲ ਜਾਣਗੇ ਜਿਨ੍ਹਾਂ ਨੇ ਘਾਟ ਦਾ ਪਾਣੀ ਪੀਤਾ, ਸਾਰੀਆਂ ਪਾਰਟੀਆਂ ਦਾ ਇੰਜੋਏ ਕੀਤਾ ਔਰ ਘੁੰਮ ਫਿਰ ਕੇ ਹੁਣ ਫਿਰ ਰਾਜਨੀਤੀ ਦੀ ਕੁਰਸੀ ਤੇ ਬੈਠੇ ਹੈ। ਤੇ ਦਿੱਲੀ 'ਚ ਵੀ ਹੈਗੇ ਆ, ਪੰਜਾਬ 'ਚ ਵੀ ਹੈਗੇ ਆ, ਹਰਿਆਣੇ 'ਚ ਵੀ ਹੈਗੇ, ਆਪਾਂ ਨਜ਼ਰ ਮਾਰ ਲਈਏ। ਦੂਸਰੀ ਗੱਲ ਇਹ ਹੈ ਕਿ ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ, ਉੱਥੇ ਇਸ 'ਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਆਸੀ ਅਕਸ ਹੈ, ਪਰਸਨਲ ਤੌਰ 'ਤੇ ਜਿਹੜੀ ਉਹਨਾਂ ਦੀ ਸਾਫ ਸੁਥਰੀ ਇਮੇਜ ਹੈ, ਉਹ ਬਿਲਕੁਲ ਸਹੀ ਹੈ, ਲੋਕਾਂ ਦੇ ਉਹਨਾਂ ਨੂੰ ਪਸੰਦ ਕਰਦੇ ਆ। ਲੇਕਿਨ ਇਹਦੇ ਨਾਲ ਵੀ ਉਹਨਾਂ ਦੀ ਆਪਣੀ ਜਿਹੜੀ ਅਗਰ ਰਾਜਨੀਤਿਕ ਪਿਛੋਕੜ ਦੇਖੀ ਜਾਵੇ ਤਾਂ ਉਹ ਪਹਿਲੇ ਬੀਜੇਪੀ ਵਿੱਚ ਰਹੇ, ਉੱਥੇ ਉਹਨਾਂ ਨੇ 5 ਸਾਲ 2-3 ਟਰਮਾਂ ਲਈਆਂ, ਰਾਜ ਸਭਾ ਦੇ ਵੀ ਲਈ। ਫਿਰ ਜਦੋਂ ਉਹਨੂੰ ਲੱਗਿਆ ਕਿ ਨਹੀਂ ਮੈਨੂੰ ਪੰਜਾਬ ਦਾ CM ਬਣਨਾ ਚਾਹੀਦਾ ਹੈ ਤਾਂ ਉਹਨਾਂ ਨੇ ਇਹੀ ਗੁਜ਼ਾਰਿਸ਼ ਜਿਹੜੇ ਬੀਜੇਪੀ ਦੇ ਹਾਈ ਕਮਾਂਡ ਨੂੰ ਕੀਤੀ ਤਾਂ ਉਹਨਾਂ ਨੂੰ ਮਨਾ ਕਰਤਾ ਗਿਆ ਕਿ ਤੁਸੀਂ ਪੰਜਾਬ ਵੱਲ ਨਹੀਂ ਦੇਖਣਾ, ਪੰਜਾਬ ਵਿੱਚ ਸਾਡੇ ਕੋਲ ਬੰਦੇ ਹੈਗੇ ਆ। ਉਹ ਫਿਰ ਉਹ ਪਾਰਟੀ ਛੱਡ ਕੇ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ। ਆਪਣੀ ਪਾਰਟੀ ਬਣਾ ਕੇ ਜਦ ਦੇਖਿਆ ਵੀ ਇੱਥੇ ਤਾਂ ਗੱਲ ਨਹੀਂ, ਆਪਣੀ ਦਾਲ ਨਹੀਂ ਗਲ ਰਹੀ, ਤਾਂ ਉਹਨਾਂ ਨੇ ਫਿਰ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਸ਼ੁਰੂ ਕੀਤੀ। ਉੱਥੇ ਵੀ ਜਿਹੜੇ ਚੰਗਾ ਜੋ ਉਹਨਾਂ ਮਰਜ਼ੀ ਦੇ ਮੁਤਾਬਕ ਹੁੰਗਾਰਾ ਨਹੀਂ ਮਿਲਿਆ ਤਾਂ ਫਿਰ ਉਹ ਫਾਈਨਲੀ ਕਾਂਗਰਸ ਪਾਰਟੀ 'ਚ ਆਏ। ਹੁਣ ਕਾਂਗਰਸ ਪਾਰਟੀ ਦੇ ਵਿੱਚ ਉੱਥੇ ਉਹ ਮੈਂ ਸਮਝਦਾ ਹੈ ਕਿ ਉਹਨਾਂ ਦੀ ਕਿਰਦਾਰ ਬੜਾ ਅੱਛਾ ਸੀ, ਪਰਫੋਰਮੈਂਸ ਬੜੀ ਅੱਛੀ ਰਹੀ। ਪਰਸਨਲ ਤੌਰ 'ਤੇ ਉਹਨਾਂ 'ਤੇ ਕਰਪਸ਼ਨ ਦਾ ਜਾਂ ਕੋਈ ਹੋਈ ਹੇਰਾਫੇਰੀ ਕਰਨ ਦਾ ਕੋਈ ਨਾ ਕੋਈ ਚਾਰਜ ਲੱਗਾ, ਨਾ ਕੋਈ ਲਾਂਛਨ, ਔਰ ਨਾ ਹੀ ਕਿਸੇ ਤਰ੍ਹਾਂ ਦੇ ਕਿਸੇ ਨੂੰ ਕਹਿਣ ਦਾ ਮੌਕਾ ਮਿਲਿਆ। ਪ੍ਰੋਬਲਮ ਇਹ ਸੀ ਕਿ ਹੀਮਤ ਨੇ ਹਰੀ, ਉਹ ਚਾਹੁੰਦੇ ਸੀ ਕਿ ਰਾਤੋਂ ਰਾਤ ਇੱਥੇ ਤਖਤਾ ਬਦਲਿਆ ਜਾਏ ਔਰ ਮੈਨੂੰ ਜਿਹੜਾ ਹੈ CM ਬਣਾਇਆ ਜਾਏ ਜਾਂ CM ਦੀ ਕੁਰਸੀ ਦੇ ਵੱਲ ਦੇਖੀ ਜਾਏ। ਜਿਹੜਾ CM ਪਹਿਲੀ ਬੈਠਾ ਹੈ ਕੈਪਟਨ ਅਮਰਿੰਦਰ ਸਿੰਘ ਇਹੋ ਜਿਹੀ ਗੱਲ ਟੋਲਰੇਟ ਨਹੀਂ ਕਰ ਸਕਦਾ, ਔਰ ਉਸੇ ਕਰਕੇ ਉਹਨਾਂ ਨੇ ਇਹੋ ਜਿਹਾ ਜਾਲ ਬੁਲਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਗੱਦੀ ਛੱਡ ਕੇ ਬਾਹਰ ਜਾਣਾ ਪਿਆ। ਉਹਨੂੰ ਮਤਲਬ ਉੱਥੇ ਜੀਣਾ ਮੁਸ਼ਕਿਲ ਕਰਤਾ ਕੈਬਨਿਟ ਦੇ ਵਿੱਚ। ਹੁਣ ਸਵਾਲ ਇਹ ਹੈ ਕਿ ਅੱਗੇ ਹੁਣ ਕੀ ਹੋਏਗਾ, ਇਲੈਕਸ਼ਨ ਦੇ ਨੇੜੇ ਆਉਂਦੇ ਜਾ ਰਹੇ ਹੈ, ਕਾਂਗਰਸ ਪਾਰਟੀ ਦੇ ਅੰਦਰ ਉਥਲ ਪੁਥਲ ਸ਼ੁਰੂ ਹੋ ਗਈ ਹੈ, ਲੋਕੀ ਕਈ ਕਾਲੇ ਪਏ ਹੈ। ਲੇਕਿਨ ਉੱਥੇ ਤੁਸੀਂ ਦੇਖੋ ਕਿ ਪ੍ਰਤਾਪ ਸਿੰਘ ਬਾਜਵਾ ਵੀ ਕਾਲੇ, ਹਰ ਦੂਜੇ ਤੀਜੇ ਦਿਨ ਬਿਆਨ ਲਾ ਸਕਦੇ ਆ ਕਿ ਜੀ ਕੈਪਟਨ ਨੂੰ ਇਹ ਕਰਨਾ ਚਾਹੀਦਾ ਹੈ, ਕੈਪਟਨ ਨੂੰ ਉਹ ਕਰਨਾ ਚਾਹੀਦਾ ਹੈ। ਆਸ਼ਾ ਕੁਮਾਰੀ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਅਤੇ ਉਹ ਦੂਜੇ ਪਾਸੇ ਇਹ ਨਵਜੋਤ ਸਿੰਘ ਸਿੱਧੂ ਵੀ ਕਾਲੇ ਹੈਗੇ ਆ। ਆਈ ਐਮ ਸ਼ੋਰ ਕਿ ਪਾਰਟੀ ਦੇ ਵਿੱਚ ਹੋਰ ਵੀ ਕਈ ਬੰਦੇ ਹੈ ਜਿਹੜੇ ਸਮਝਦੇ ਕਿ ਅਸੀਂ ਚੀਫ ਮਿਨਿਸਟਰੀਅਲ ਮਟੀਰੀਅਲ ਹੈ ਔਰ ਇਹਨਾਂ ਨੂੰ ਅਗਰ ਬਦਲਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਬੜੇ ਅੱਛੇ ਹਾਂ। ਚਾਹੇ ਰਾਣਾ ਸੋਢੀ ਕਹਿ ਲਓ, ਪਹਿਲੇ ਇਹ ਰਾਣਾ ਗੁਰਜੀਤ ਸਿੰਘ ਉਹ ਵੀ ਆਪਣੇ ਆਪ ਨੂੰ ਸਮਝਦੇ ਰਹੇ, ਉਹ ਚਲੋ ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ। ਕਹਿਣ ਦਾ ਮਤਲਬ ਹੈ ਕਿ ਇਹੋ ਜਿਹੇ
ਸਿਆਸਤ ਦੇ ਵਿੱਚ ਸਾਫ਼ ਇਮੇਜ ਵਾਲੇ ਭਰੋਸੇਯੋਗ ਬੰਦੇ ਜਿਹੜੇ ਹੈ ਉਹ ਲੱਭਣੇ ਬੜੇ ਮੁਸ਼ਕਲ ਹੈ। ਲੇਕਿਨ ਪੰਜਾਬ ਦੇ ਲੋਕ ਇਸ ਵੇਲੇ ਇਹ ਜ਼ਰੂਰ ਚਾਹੁੰਦੇ ਹੈ ਕਿ ਆਪਾਂ ਆਮ ਆਦਮੀ ਪਾਰਟੀ ਨੂੰ ਅਜਮਾ ਕੇ ਦੇਖ ਲਿਆ, ਕਾਂਗਰਸ ਨੂੰ ਅਜਮਾ ਕੇ ਦੇਖ ਲਿਆ, ਅਕਾਲੀ ਭਾਜਪਾ ਨੂੰ ਅਜਮਾ ਕੇ ਦੇਖ ਲਿਆ, ਅਗਰ ਕੋਈ ਹੋਰ ਬਦਲ ਨਿਕਲਦਾ ਹੈ ਤਾਂ ਸਾਡੇ ਸਾਹਮਣੇ ਆਏ, ਅਸੀਂ ਉਹਦੇ ਨਾਲ ਜਾਣ ਨੂੰ ਤਿਆਰ ਹੈ। ਲੇਕਿਨ ਹਾਲੇ ਤੱਕ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ ਕਿ ਕੋਈ ਨਵੀਂ ਤਾਕਤ ਜਿਹੜੀ ਉੱਭਰ ਕੇ ਸਾਹਮਣੇ ਆਵੇ ਉਹ ਜਿਹੜੇ ਕਿ ਇਹਨਾਂ ਨੂੰ ਇਹ ਇੱਕ ਆਲਟਰਨੇਟਿਵ ਦੇ ਤੌਰ ਤੇ ਪੇਸ਼ ਕਰ ਸਕੇ। ਇਸ ਆਡੀਓ ਪ੍ਰੋਬਲਮ ਕਾਫੀ ਲੰਬੇ ਸਮੇਂ ਤੋਂ ਨਵਜੋਤ ਸਿੱਧੂ ਇਹੋ ਜਿਹੀਆਂ ਪ੍ਰਸਥਿਤੀਆਂ ਬਣੀਆਂ ਕਿ ਉਹਨਾਂ ਨੂੰ ਘਰ 'ਚ ਬੈਠਣਾ ਪਿਆ। ਇਹਦੇ ਬਾਵਜੂਦ ਜਿੱਦਾਂ ਆਪਾਂ ਕਮੈਂਟਸ ਕਰ ਰਹੇ ਹਾਂ ਕਿ ਲੋਕਾਂ ਦੀ ਜ਼ੁਬਾਨ ਤੇ ਚਰਚਾ 'ਚ ਹੈਗੇ ਹੈ, ਤੁਸੀਂ ਜਾਣ ਦਾ ਮੌਕਾ ਮਿਲਦਾ ਹੈ, ਕੀ ਵਜ੍ਹਾ ਹੈਗੀ ਹੈ ਕਿ ਘਰ 'ਚ ਬੈਠਣ ਦੇ ਬਾਵਜੂਦ ਜਿਹੜੀ ਜਿੱਦਾਂ ਪ੍ਰਾਸ਼ੀ ਜੀ ਨੇ ਕਿਹਾ, ਹਰਕਮਲ ਜੀ ਨੇ ਕਿਹਾ, ਸ਼ਾਇਦ ਬਹੁਤ ਘੱਟ ਜਾਂਦਾ ਕੋਈ ਨੇਤਾ ਹੋਏਗਾ ਕਿ ਘਰ 'ਚ ਬੈਠਾ ਹੋਵੇ ਤੇ ਐਸੀ ਲੱਗਦੀ ਹੈ ਤੁਹਾਨੂੰ? ਜੀ ਬਿਲਕੁਲ ਸਿੱਧੂ ਸਾਹਿਬ, ਜਿਵੇਂ ਕਮਲ ਜੀ ਨੇ ਵੀ ਕਿਹਾ, ਪ੍ਰੈਸ਼ਰ ਜੀ ਨੇ ਕਿਹਾ, ਬਿਲਕੁਲ ਗੱਲ ਸਹੀ ਆ। ਔਰ ਆਪਣੇ ਜਰਨਲਿਜ਼ਮ ਦੇ ਸਾਰੇ ਸਾਥੀ ਜਿਹੜੇ ਬੜੇ ਸੀਨੀਅਰ ਨੇ ਕਿ ਆਪਾਂ, ਮੇਰਾ ਖਿਆਲ ਕਿ ਪਹਿਲਾ ਲੀਡਰ ਆ ਕਿ ਜਿਹੜਾ ਲੀਡਰ ਖਾਮੋਸ਼ ਆ ਪਰ ਉਹਦੀ ਆਵਾਜ਼ ਜਿਹੜੀ ਆ ਉਹ ਬੁਲੰਦ ਆ। ਨਹੀਂ ਤੇ ਅੱਜ ਤੱਕ ਹਮੇਸ਼ਾ ਲੀਡਰ ਜਿਹੜੀ ਆ ਆਪਣੀਆਂ ਪ੍ਰਾਪਤੀਆਂ ਲੋਕਾਂ ਦੇ ਵਿੱਚ ਪਹੁੰਚਣ ਲਈ ਆਪਣੀ ਗੱਲ ਕਰਦੇ ਆ ਕਿ ਅਸੀਂ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਆ ਰਹੇ ਨੇ, ਬੜੀਆਂ ਸਟੇਜਾਂ ਤੇ ਜਾ ਕੇ ਜਾਂ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਜਾ ਕੇ, ਬਲਕਿ ਲੋਕਾਂ ਨੂੰ ਇਹ ਰਿਅਲਾਈਜ਼ ਕਰਾਉਣਾ ਚਾਹੁੰਦੇ ਆ ਕਿ ਉਸ ਤੋਂ ਵੱਡਾ ਤੁਹਾਡਾ ਹਿਤੈਸ਼ੀ ਕੋਈ ਨਹੀਂ ਹੈਗਾ। ਪਰ ਇਹ ਪਹਿਲਾ ਇੱਕ ਇਹੋ ਜਿਹਾ ਲੀਡਰ ਆ ਕਿ ਜਿਹੜਾ ਆਪ ਤੇ ਖਾਮੋਸ਼ ਆ ਪਰ ਲੋਕ ਜਿਹੜੇ ਨੇ ਉਹਦੀ ਆਵਾਜ਼ ਬਣੇ ਹੋਏ ਨੇ। ਤੁਸੀਂ ਕਿਤੇ ਵੀ ਆਪਾਂ ਜਾ ਕੇ, ਅਸੀਂ ਕਿਤੇ ਪਿੰਡਾਂ ਦੇ ਵਿੱਚ, ਸੱਥ ਦੇ ਵਿੱਚ ਗੱਲ ਕਰ ਲਈਏ ਜਾਂ ਸ਼ਹਿਰਾਂ 'ਚ ਕਿਤੇ ਵੀ, ਜਿੱਥੇ ਵੀ ਕੋਈ ਵਿਚਾਰ ਚਰਚਾ ਕਿਤੇ 10 ਲੋਕ ਬੈਠ ਕੇ ਗੱਲਬਾਤ ਕਰਦੇ ਨੇ ਤਾਂ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਸੰਭਾਵੀ ਹੁੰਦਾ। ਔਰ ਮੇਨ ਜਿਹੜੀ ਸਾਰੀ ਜਿੰਨੀ ਵੀ ਚਰਚਾ ਹੁੰਦੀ ਆ ਕਿਤੇ ਲੋਕਾਂ ਦੇ ਵਿੱਚ ਵੀ, ਔਰ ਸਾਰੀ ਨਵਜੋਤ ਸਿੰਘ ਸਿੱਧੂ ਦੇ ਇਰਦ ਗਿਰਦ ਘੁੰਮਦੀ ਰਹਿੰਦੀ ਆ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਉਸ ਨੇਤਾ ਦੇ ਉੱਤੇ ਭਰੋਸਾ ਹੈਗਾ ਵਾ। ਕਿਉਂਕਿ ਦੇਖੋ ਅੱਗੇ ਦੋਵਾਂ ਸਾਥੀਆਂ ਨੇ ਵੀ ਇਹੀ ਗੱਲ ਕੀਤੀ ਆ ਕਿ ਜਿਹੜੀ ਬੇਭਰੋਸਗੀ ਵਾਲੀ ਗੱਲ ਆ, ਉਹ ਸਾਰੇ ਲੀਡਰ ਜਿਹੜੇ ਨੇ ਜ਼ਿਆਦਾਤਰ ਜਿਹੜੇ ਆ ਉਹ ਆਪਣੀ ਖੋ ਚੁੱਕੇ ਨੇ। ਲੋਕਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ, ਕਿਉਂਕਿ ਲੋਕ ਹੁਣ ਕਈ ਦਹਾਕਿਆਂ ਤੋਂ ਇਹਨਾਂ ਤੇ ਵਿਸ਼ਵਾਸ ਕਰਕੇ ਹੁਣ ਅੱਕ ਗਏ ਆ। ਲੋਕਾਂ ਕੋਲ ਕੋਈ ਇਸ ਤਰ੍ਹਾਂ ਬਦਲ ਨਹੀਂ ਸੀ। ਜਿਵੇਂ ਕਵਲ ਜੀ ਨੇ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਵੀ ਆਈ, ਉਹਨਾਂ ਵੀ ਪਹਿਲਾਂ ਸਬਜ਼ ਬਾਗ ਵਿਖਾਏ, ਪਰ ਜਦੋਂ ਲੋਕਾਂ ਨੂੰ ਲੱਗਾ ਕਿ ਇਹ ਸਾਡੇ ਪੰਜਾਬ ਦੇ ਹਿਤੈਸ਼ੀ ਨਹੀਂ ਆ, ਇਹ ਸਾਡੇ ਪੰਜਾਬ ਨੂੰ ਅੱਜ ਵੀ ਇਹ ਪੰਜਾਬ ਦੇ ਲੋਕਾਂ ਨੂੰ ਇੱਕ ਪੌੜੀ ਦੇ ਤੌਰ ਤੇ ਵਰਤ ਕੇ ਤੇ ਅੱਗੇ ਨਿਕਲ ਜਾਣਾ ਚਾਹੁੰਦੇ ਆ, ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ। ਇਸੇ ਤਰ੍ਹਾਂ ਹੁਣ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਕਾਫੀ ਮਹੀਨਿਆਂ ਤੋਂ, ਮਤਲਬ 1.5 ਸਾਲ ਦੇ 2 ਸਾਲ ਤੋਂ ਲੱਗਦਾ ਕਿ ਜਿਹੜਾ ਝੰਡਾ ਚੁੱਕਿਆ ਸੀ ਆਪਣੀ ਹੀ ਸਰਕਾਰ ਦੇ ਖਿਲਾਫ। ਦੇਖੋ ਨਵਜੋਤ ਸਿੰਘ ਸਿੱਧੂ ਦੀ ਇਹ ਸਿੱਧੂ ਜੋੜੇ ਦੀ ਇੱਕ ਗੱਲ ਤੇ ਰਹੀ ਆ ਕਿ ਇਹ ਚਾਹੇ ਪਿਛਲੀ ਟਨਿਓਰ ਦੀ ਗੱਲ ਹੈ ਅਕਾਲੀ ਬੀਜੇਪੀ ਦੇ ਟਾਈਮ ਦੇ ਉੱਤੇ, ਉਦੋਂ ਵੀ ਮੈਡਮ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਦੇ ਵਿਰੁੱਧ ਜਿਹੜਾ ਝੰਡਾ ਚੁੱਕਿਆ ਸੀ, ਈਵਨ ਕਿ ਅੰਮ੍ਰਿਤਸਰ ਦੇ ਵਿੱਚ ਉਹਨੇ ਧਰਨਿਆਂ ਦੇ ਉੱਤੇ ਜਾ ਕੇ ਸਰਕਾਰ ਦੇ ਵਿਰੁੱਧ ਧਰਨੇ ਵੀ ਦਿੱਤੇ, ਧਰਨਿਆਂ ਦੇ ਵਿੱਚ ਸ਼ਾਮਲ ਹੋਏ। ਇਸ ਤਰ੍ਹਾਂ ਦੀਆਂ ਮਤਲਬ ਕਿ ਹਾਲਾਤ ਬਣੇ ਤੇ ਲੋਕਾਂ ਨੂੰ ਇਸ ਵਕਤ ਯਕੀਨ ਬਣਿਆ ਕਿ ਜੇ ਕੋਈ ਪੰਜਾਬ ਦੇ ਵਿੱਚ ਲੋਕਾਂ ਦੀ ਬਾਂਹ ਫੜ ਸਕਦਾ ਵਾ ਤੇ ਉਹ ਸ਼ਾਇਦ ਨਵਜੋਤ ਸਿੰਘ ਸਿੱਧੂ ਹੈ, ਜਿਹਦੇ ਕਰਕੇ ਜਿਹੜਾ ਪੰਜਾਬ ਜਿਹੜਾ ਮੁੜ ਸਰਵਾਈਵ ਕਰ ਸਕਦਾ, ਪੰਜਾਬ ਦੇ ਲੋਕਾਂ ਦਾ ਜਿਹੜਾ ਦੁੱਖ ਦਰਦ ਆ ਉਹ ਉਹਨੂੰ ਸਮਝ ਸਕਦਾ। ਪਰ ਇਸ ਗੱਲ ਨੂੰ ਲੈ ਕੇ ਜਿਹੜੇ ਆ ਲੋਕ ਸਿਆਸੀ ਹਲਕਿਆਂ ਦੇ ਵਿੱਚ ਵੀ, ਆਪਾਂ ਜੇ ਗੱਲ ਕਰਦੇ ਹਾਂ ਸਿਆਸੀ ਹਲਕਿਆਂ ਦੇ ਵਿੱਚ ਵੀ ਬੜੀ ਚਰਚਾ ਵਾ। ਸਿਆਸੀ ਹਲਕਿਆਂ ਦੀ ਇਸ ਵਕਤ ਨਜ਼ਰ ਜਿਹੜੀ ਮੈਂ ਕਹਾਂਗਾ ਕਿ ਹਾਲ ਦੀ ਘੜੀ ਜੋ ਅੱਜ ਦੇ ਹਾਲਾਤ ਲੱਗ ਰਹੇ ਨੇ, ਅੱਜ ਦੇ ਦੇਖੋ ਵਕਤ ਕੀ ਕਰਵਟ ਲੈ ਲਏ ਆਪਾਂ ਕਹਿ ਨਹੀਂ ਸਕਦੇ ਆਉਣ ਵਾਲੇ ਸਮੇਂ, ਪਰ ਜੋ ਅੱਜ ਹਾਲਾਤ ਆ, ਅੱਜ ਇਹ ਹਾਲਾਤ ਨੇ ਕਿ ਜਿਹੜੀ ਆਉਣ ਵਾਲੀ ਵਿਧਾਨ ਸਭਾ ਪੰਜਾਬ ਦੀ ਇਲੈਕਸ਼ਨ ਆ, ਉਹਦਾ ਜਿਹੜਾ ਮੇਨ ਜਿਹੜਾ ਕੇਂਦਰ ਬਿੰਦੂ ਆ ਉਹ ਨਵਜੋਤ ਸਿੰਘ ਸਿੱਧੂ ਬਣਿਆ ਹੋਇਆ। ਲੋਕਾਂ ਦੀਆਂ ਵੀ ਨਜ਼ਰਾਂ ਉਹਦੇ ਤੇ ਨੇ, ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਵੀ ਉਹਦੇ ਤੇ ਨੇ। ਜਿਵੇਂ ਆਮ ਆਦਮੀ ਪਾਰਟੀ, ਦੇਖੋ ਇਹ ਪਹਿਲੀ ਵਾਰ ਹੈ ਕਿ ਅਜੇ ਸਰਕਾਰ ਦੇ ਵਿੱਚ 1.5 ਤੋਂ ਪੌਣੇ 2 ਸਾਲ ਜਿਹੜਾ ਸਰਕਾਰ ਦੇ ਪਏ ਨੇ, ਔਰ ਹੁਣ ਤੋਂ ਹੀ ਜਿਹੜੇ ਜੋੜ ਤੋੜ ਲੱਗਣੇ ਸ਼ੁਰੂ ਹੋ ਗਏ ਨੇ। ਔਰ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਵੀ ਜਿਹੜੀ ਆ ਦੂਸਰੀਆਂ ਪਾਰਟੀਆਂ ਵੀ ਮੰਨ ਲਓ ਕਹਿ ਸਕਦੇ ਆਪਾਂ, ਜਿਵੇਂ ਆਮ ਆਦਮੀ ਪਾਰਟੀ ਵੱਲ ਅੰਦਰ ਖਾਤੇ ਜਿਹੜੀ ਦੌੜ ਚੱਲ ਰਹੀ ਆ, ਉਧਰ ਕਾਂਗਰਸ ਹਾਈ ਕਮਾਂਡ ਵੀ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦੀ ਆ। ਕੋਈ ਵੀ ਇਹ ਨਵਜੋਤ, ਕਿਉਂਕਿ ਅਗਲੀ ਜਿਹੜੀ ਇਲੈਕਸ਼ਨ ਹੈ ਨਾ ਜੀ, ਇਹ ਬੜੀ ਕਲੀਅਰ ਹੈ ਕਿ ਪੰਜਾਬ ਦੇ ਲੋਕਾਂ ਨੇ ਸਭ ਕੁਝ ਹਟਾ ਕੇ ਵੇਖ ਲਿਆ। ਉਹਨਾਂ ਨੂੰ ਹੁਣ ਇਹ ਆ ਕਿ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਜੇ ਲੋਕਾਂ ਦਾ ਕਹਿਣਾ ਵਾ, ਲੋਕਾਂ ਦੀ ਜਿਹੜੀ ਰਾਏ ਅਸੀਂ ਜੋ ਲੋਕਾਂ ਦੇ ਵਿੱਚ ਵਿਚਰਦੇ ਆ, ਉਹਦੇ ਕਰਕੇ ਜਿਹੜਾ ਸਿਆਸੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਾਂ ਸਿਆਸੀ ਲੀਡਰ ਨੇ ਉਹ ਥੋੜੇ ਜਿਹੇ ਘਬਰਾਏ ਹੋਏ ਨੇ, ਜ਼ਿਆਦਾ ਹੀ ਘਬਰਾਏ ਹੋਏ ਨੇ। ਉਹਨਾਂ ਨੂੰ ਇਹ ਲੱਗ ਰਿਹਾ ਵਾ ਕਿ ਅਸੀਂ ਇੰਨੇ ਸਾਲਾਂ ਦੇ ਉਤੋਂ, ਕੋਈ 50 ਸਾਲ ਤੋਂ, ਕੋਈ 40 ਸਾਲ ਤੋਂ ਸਿਆਸਤ ਦੇ ਵਿੱਚ ਆ, ਕਈ ਪੀੜ੍ਹੀ ਦਰ ਪੀੜ੍ਹੀ ਸਿਆਸਤ ਦੇ ਵਿੱਚ ਚੱਲੇ ਆ ਰਹੇ ਆ, ਤੇ ਉਹ ਲੋਕ ਆਪਣਾ ਇੰਨਾ ਕੱਦ ਕਾਠ ਨਹੀਂ ਬਣਾ ਸਕੇ ਸਿਆਸਤ ਦੇ ਵਿੱਚ। ਉਹ ਲੋਕਾਂ ਦੇ ਉੱਤੇ ਭਰੋਸਾ ਨਹੀਂ ਜਿਤਾ ਸਕੇ, ਲੋਕ ਉਹਨਾਂ ਦੇ ਭਰੋਸਾ ਨਹੀਂ ਕਰ ਰਹੇ। ਉਹਦਾ ਕੀ ਕਾਰਨ ਹੈ? ਇਹ ਵੀ ਬੜੀ ਇੱਕ ਸੋਚਣ ਵਾਲੀ, ਇਹ ਸਿਆਸੀ ਜਮਾਤ ਨੂੰ ਇੱਕ ਸੋਚਣ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਇੰਨਾ ਚਿਰ ਰਾਜ ਕੀਤਾ, ਰਾਜ ਕਰਕੇ ਪੰਜਾਬ ਦੇ ਉੱਪਰ,
ਤੇ ਉਹਨਾਂ ਦੀ ਭਰੋਸੇਯੋਗਤਾ ਜਿਹੜੀ ਆ ਉਹ ਕਿੰਨੀ ਖਤਰੇ ਦੇ ਵਿੱਚ ਹੈ, ਇਹ ਬੜੀ ਵੱਡੀ ਸੋਚਣ ਵਾਲੀ ਗੱਲ ਹੈ। ਔਰ ਨਵਜੋਤ ਸਿੰਘ ਸਿੱਧੂ ਜਿਹੜਾ ਉਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਆਇਆ, ਔਰ ਦੇਖੋ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਪਾਰਲੀਮੈਂਟ ਵਿੱਚ ਸੀ, ਉਹਨਾਂ ਨੇ ਇੱਕ ਗੱਲ ਦਾ ਦਾਅਵਾ ਕੀਤਾ ਸੀ ਕਿ ਉਹ ਨਵਜੋਤ ਸਿੰਘ ਸਿੱਧੂ ਜਿਹੜਾ ਵਾ ਅੰਮ੍ਰਿਤਸਰ ਨੂੰ ਗੁਰੂ ਦੀ ਨਗਰੀ ਨੂੰ ਕਦੇ ਵੀ ਛੱਡ ਕੇ ਨਹੀਂ ਜਾਏਗਾ। ਔਰ ਉਸ ਟਾਈਮ ਤੇ ਬੜੇ ਆਪੋਜੀਸ਼ਨ ਪਾਰਟੀਆਂ ਵੱਲੋਂ ਬਿਆਨ ਲੱਗੇ ਕਿ ਨਵਜੋਤ ਸਿੰਘ ਸਿੱਧੂ ਬਾਹਰੋਂ ਲਿਆ ਦੇ ਵਿੱਚ ਥੋਪ ਦਿੱਤਾ ਗਿਆ ਵਾ ਤੇ ਇਹ ਛੱਡ ਕੇ ਚੱਲੇਗਾ, ਪਰ ਉਹ ਅੱਜ ਵੀ ਨਵਜੋਤ ਸਿੰਘ ਸਿੱਧੂ ਇਸ ਗੱਲ ਦੇ ਉੱਤੇ ਕਾਇਮ ਆ ਕਿ ਉਹ ਛੱਡ ਕੇ ਨਹੀਂ ਗਏ। ਇਹਦੇ ਮਗਰ ਜਿਵੇਂ ਕੰਵਲ ਜੀ ਨੇ ਵੀ ਦੱਸਿਆ ਕਿ ਉਹਨਾਂ ਨੇ ਰਾਜ ਸਭਾ ਦੇ ਵਿੱਚ ਬੀਜੇਪੀ ਦਿੱਤੀ ਜਾ ਰਹੀ ਸੀ, ਕਈ ਤਰ੍ਹਾਂ ਦੇ ਹੋਰ ਲੱਗੇ, ਪਰ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ ਟੱਕਰਾ। ਔਰ ਅੱਜ ਇਹੀ ਗੱਲ ਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀ ਗੱਲ ਕਹੀ ਗਈ ਆ ਉੱਤੇ ਖਲੋਣ ਕਰਕੇ ਹੀ ਲੋਕ ਉਹਨਾਂ ਦੇ ਦਬਾਅ ਕਰ ਰਹੇ ਨੇ। ਇਸ ਗੱਲ ਦਾ ਜਿਹੜਾ ਡਰ ਆ, ਇਸ ਸਿੱਕਿਆਂ ਦੇ ਵਿੱਚ ਜਿਹੜੇ ਪੁਰਾਣੇ ਘਲਾਟਾ ਸੱਦੇ ਉਹ ਵੀ ਘਬਰਾਏ ਹੋਏ ਆ, ਚਾਹੇ ਉਹ ਅਕਾਲੀ ਦਲ ਦੇ ਨੇ, ਚਾਹੇ ਉਹ ਬੀਜੇਪੀ ਦੇ ਨੇ, ਚਾਹੇ ਉਹ ਕਾਂਗਰਸ ਦੇ ਨੇ। ਇਸ ਕਰਕੇ ਇਸ ਵਕਤ ਜਿਹੜੀ ਆ ਜੋ ਵੀ ਹੈਗੇ ਆ ਉਹ ਸਾਰਾ ਕੁਝ ਜਿਹੜਾ ਨਵਜੋਤ ਦੇ ਦੁਆਲੇ ਘੁੰਮ ਰਿਹਾ, ਲੋਕਾਂ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਦੇ ਆ, ਚਾਹੇ ਉਹ ਦੇਸ਼ 'ਚ ਬੈਠੇ ਆ ਜਾਂ ਵਿਦੇਸ਼ 'ਚ ਬੈਠੇ ਪੰਜਾਬ ਵਿੱਚ ਪੰਜਾਬੀ ਜਿਹੜੇ ਵੀ ਹੈਗੇ ਆ, ਉਹਨਾਂ ਦੀਆਂ ਨਜ਼ਰਾਂ ਇਸ ਵਕਤ ਨਵਜੋਤ ਸਿੰਘ ਸਿੱਧੂ ਦੇ ਉੱਤੇ ਆ ਕਿ ਨਵਜੋਤ ਸਿੱਧੂ ਦੀ ਆਵਾਜ਼ ਜਿਹੜੇ ਆ ਉਹ ਲੋਕ ਬਣੇ ਹੋਏ ਆ, ਨਾ ਕਿ ਨਵਜੋਤ ਸਿੰਘ ਸਿੱਧੂ। ਇੱਥੇ ਜਿਹੜੇ ਫੰਕਸ਼ਨਾਂ ਦੇ ਨਵਜੋਤ ਸਿੰਘ ਸਿੱਧੂ ਉਹਨਾਂ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਗਈ ਹੈ। ਉਹਨਾਂ ਵੱਲੋਂ ਆਪਣਾ ਚੈਨਲ YouTube ਤੇ ਸ਼ੁਰੂ ਕੀਤਾ ਗਿਆ, ਸਟਾਰਟ ਕੀਤਾ ਗਿਆ ਸੀ, ਉਹ ਤੇ ਕਦੀ ਉਹ ਆਪਣਾ ਕੋਈ ਨਾ ਕੋਈ ਆਪਣੀ ਜਿਹੜਾ ਵਿਚਾਰ ਹੈ ਆਪਣਾ ਪੇਸ਼ ਜ਼ਰੂਰ ਕਰਦੇ ਆ। ਇਹ ਗੱਲ ਆ ਕਿ ਇਹ ਦੂਸਰੇ ਲੀਡਰਾਂ ਨੂੰ ਕਿੱਥੋਂ ਸੇਧ ਲੈਣੀ ਚਾਹੀਦੀ ਹੈ। ਮੈਂ ਇਹ ਕਹਾਂਗਾ ਕਿ ਕੀ ਕਾਰਨ ਆ ਕਿ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਲੋਕ ਬਣ ਗਏ, ਉਹ ਬੇਸ਼ੱਕ ਖਾਮੋਸ਼ ਆ ਪਰ ਲੋਕ ਆਵਾਜ਼ ਬਣ ਗਏ ਨੇ। ਇਹ ਦੁਨੀਆ ਵੀ ਇੱਥੋਂ ਸੋਚ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਜਿਹੜੇ ਹੁਣ ਸਿਆਣੇ ਹੋ ਗਿਆ, ਉਹਨਾਂ ਨੇ ਬੜਾ ਸੰਤਾਪ ਹੰਢਾ ਲਿਆ। ਇਹਨਾਂ ਦੀਆਂ ਗੱਲਾਂ ਦੇ ਵਿੱਚ ਹੁਣ ਛੇਤੀ ਆਉਣ ਵਾਲੇ ਨਹੀਂ ਆ, ਉਹਨਾਂ ਦੀਆਂ ਪੀੜ੍ਹੀਆਂ ਦਾ, ਉਹਨਾਂ ਦੀ ਨਸਲ ਖੁਸ਼ੀ ਹੋਣ ਵਾਲੀ ਗੱਲ ਹੋ ਗਈ ਹੈ ਪੰਜਾਬ ਦੀ। ਯੂਥ ਅੱਗੇ ਬਾਹਰ ਚਲੇ ਗਿਆ, ਇਹਨਾਂ ਦੀਆਂ ਲਾਰੇਬਾਜ਼ੀਆਂ ਕਰਕੇ, ਨਸ਼ਿਆਂ ਦੀ ਗੱਲ ਕਰ ਲਓ ਜਾਂ ਕੋਈ, ਅੱਜ ਪੰਜਾਬ ਉਸੇ ਦਲਦਲ ਦੇ ਵਿੱਚ ਫਿਰ ਫਸਿਆ ਹੋਇਆ। ਇਸ ਕਰਕੇ ਮੈਂ ਇਹ ਕਹਾਂਗਾ ਨਵਜੋਤ ਸਿੰਘ ਸਿੱਧੂ ਜਿਹੜਾ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਟੇਕ ਆ। ਪੰਜਾਬ ਦੇ ਲੋਕਾਂ ਨੂੰ ਇੱਕ ਬੜੀ ਵੱਡੀ ਲੋਕੀ ਆਸ ਲਾ ਕੇ ਬੈਠੇ ਆ, ਔਰ ਕਿਤੇ ਨਾ ਕਿਤੇ ਕਾਂਗਰਸ ਹਾਈ ਕਮਾਂਡ ਵੀ ਇਸ ਗੱਲ ਲਾ ਕੇ ਬੈਠੀ ਆ ਕਿ ਜਿਸ ਤਰ੍ਹਾਂ ਦੇ ਅੱਜ ਹਾਲਾਤ ਆ, ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਦਾ ਜਿੱਦਾਂ ਹਾਸ਼ੀਏ ਤੇ ਗਏ ਨੇ, ਆਮ ਆਦਮੀ ਪਾਰਟੀ ਦਾ ਕੋਈ ਉਸੇ ਤਰ੍ਹਾਂ ਹੀ ਕੈਪਟਨ ਸਰਕਾਰ ਵੀ ਇਹਨੇ ਵੀ ਕੋਈ ਇਹੋ ਜਿਹਾ ਕੱਦੂ 'ਚ ਤੀਰ ਨਹੀਂ ਮਾਰਿਆ ਕਿ ਲੋਕ ਕੈਪਟਨ ਸਰਕਾਰ ਦੇ ਨਾਲ ਖੁਸ਼ ਹੋਣਗੇ ਕਾਂਗਰਸ ਤੋਂ। ਤੇ ਇਸ ਕਰਕੇ ਕਾਂਗਰਸ ਪਾਰਟੀ ਨੇ ਵੀ ਹਾਈ ਕਮਾਂਡ ਨੇ ਵੀ ਆਪਣੇ ਕੋਲ ਇੱਕ ਸਾਂਭ ਕੇ ਰੱਖਿਆ ਵਾ, ਇਹ ਜਿਹੜਾ ਤੀਰ ਉਹਨਾਂ ਵੱਲੋਂ ਜਿਹੜਾ ਚਲਾਇਆ ਜਾਣਾ ਭੱਤੇ ਵਿੱਚੋਂ ਲਾਸਟ ਵਿੱਚ ਸਿੰਘ ਸਿੱਧੂ ਨੂੰ ਅੱਗੇ ਲਿਆ ਕੇ ਉਹਨਾਂ ਵੱਲੋਂ ਜਿਹੜੀ ਆ ਅਗਲੀ ਜਿਹੜੀ ਲੜਨ ਦੀਆਂ ਤਿਆਰੀਆਂ ਕੀਤੀਆਂ ਜਾਣ। ਹਰਕਮਲ ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਪ੍ਰਾਸ਼ਰ ਜੀ ਦੇ ਕਮੈਂਟਸ ਵੀ ਸੁਣੇ ਹੈਗੇ, ਰਾਜਨ ਮਾਨ ਉਹਨਾਂ ਦੇ ਕਮੈਂਟਸ ਵੀ ਸੁਣੇ ਹੈ। ਕਿਤੇ ਇਹ ਵੀ ਹੈਗਾ ਕਿ ਜਦੋਂ ਆਪਾਂ ਨਵਜੋਤ ਸਿੱਧੂ ਦੀ ਗੱਲ ਕਰਦੇ, ਜਿੱਦਾਂ ਪ੍ਰਾਸ਼ਰ ਜੀ ਨੇ ਕਿਹਾ, ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਉਹਦੇ ਉੱਤੇ ਕਾਫੀ ਨਿਸ਼ਾਨੇ ਕੱਸਦੀਆਂ। ਕਦੇ ਉਹ ਕਹਿੰਦੀਆਂ ਕਿ ਮੋਦੀ ਬਾਰੇ ਇੱਦਾਂ ਦੀ ਭਾਸ਼ਾ ਵਰਤਦਾ ਸੀ, ਅਤੇ ਫਿਰ ਬਾਅਦ ਵਿੱਚ ਇਹ ਆਇਆ ਕਿ ਡਾਕਟਰ ਮਨਮੋਹਨ ਸਿੰਘ ਬਾਰੇ ਪਹਿਲਾਂ ਇੱਦਾਂ ਦੀ ਭਾਸ਼ਾ ਵਰਤਦਾ ਰਿਹਾ, ਅਤੇ ਉਹਦੇ 'ਚ ਕੋਈ ਸਟੇਬਿਲਿਟੀ ਨਹੀਂ ਹੈ। ਕੀ ਲੱਗਦਾ ਹੈ ਕਿ ਵਿਰੋਧੀਆਂ ਦੇ ਜਿਹੜੇ ਨਿਸ਼ਾਨੇ ਆ ਇਸ ਕਰਕੇ ਹੈ ਕਿ ਨਵਜੋਤ ਸਿੱਧੂ ਤੋਂ ਉਹਨਾਂ ਨੂੰ ਕੋਈ ਖਤਰਾ ਲੱਗਦਾ, ਕਿਉਂਕਿ ਇਹ ਸਾਰੇ ਵਿਰੋਧ ਦੇ ਬਾਵਜੂਦ ਵੀ ਲੋਕਾਂ ਨੇ ਨਵਜੋਤ ਸਿੱਧੂ ਦਾ ਪੱਲਾ ਨਹੀਂ ਛੱਡਿਆ ਜਿਹੜਾ ਹੈਗਾ। ਇਹ ਸਾਰੀ ਸਥਿਤੀ ਦੇ ਵਿੱਚ ਵਿਰੋਧ ਉਸ ਦਾ ਕਾਫੀ ਤਿੱਖਾ ਹੈ। ਖਾਸ ਤੌਰ 'ਤੇ ਅਕਾਲੀ ਦਲ ਉਹਨੂੰ ਨਿਸ਼ਾਨੇ 'ਤੇ ਲੈਂਦੇ ਹੈ, ਬੀਜੇਪੀ ਜਿਹੜੇ ਨਿਸ਼ਾਨੇ 'ਤੇ ਲੈਂਦੇ ਹੈ, ਕੁਝ ਹੋਰ ਵੀ ਪਾਰਟੀ ਦੇ ਅੰਦਰੋਂ ਵੀ ਉਸ ਦਾ ਵਿਰੋਧ ਹੈਗਾ। ਇਹਨਾਂ ਸਾਰੀਆਂ ਪ੍ਰਸਥਿਤੀਆਂ ਦੇ ਬਾਵਜੂਦ ਵੀ ਉਹ ਲੋਕਾਂ 'ਚ ਜੇ ਸਟੈਂਡ ਕਰ ਰਿਹਾ, ਕੀ ਵਜ੍ਹਾ ਦੇਖਦੇ ਹੋ ਹਰਕਮਲ ਜੀ ਇਹ ਸਾਰੇ ਮੁੱਦੇ 'ਤੇ ਕਿ ਵਿਰੋਧਾਂ ਦੇ ਬਾਵਜੂਦ ਵੀ ਉਹ ਇੱਕ ਧਰਾਤਲ 'ਤੇ ਖੜਾ ਹੈ ਜਿੱਥੇ ਲੋਕ ਉਸ ਨੂੰ ਪਸੰਦ ਕਰ ਰਹੇ ਹੈ? ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜਦੋਂ ਉਹ ਭਾਜਪਾ 'ਚ ਸੀ ਉਦੋਂ ਅਕਾਲੀ ਦਲ ਬਹੁਤ ਤਿੱਖਾ ਵਿਰੋਧ ਕਰ ਰਿਹਾ ਸੀ। ਸੁਖਬੀਰ, ਵਿਕਰਮ ਮਜੀਠੀਆ ਇਹ ਸਾਰੇ ਬਹੁਤ ਕੱਟੜ ਵਿਰੋਧੀ ਸਨ, ਔਰ ਤੁਹਾਨੂੰ ਯਾਦ ਹੋਏਗਾ ਕਿ ਇਲੈਕਸ਼ਨ 'ਚ ਵੀ ਉਹਦਾ ਇਹਨਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਬਹੁਤ ਜ਼ੋਰ ਲਾਇਆ ਕਿ ਜਿੱਤੇ ਨਾ। ਕਾਰਨ ਉਦੋਂ ਵੀ ਇਹ ਸੀ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਕਿਹੋ ਜਿਹਾ ਨੌਜਵਾਨ ਲੀਡਰ ਹੈ ਜਿਹੜਾ ਕਿ ਰਾਈਜ਼ ਕਰ ਰਿਹਾ, ਬਹੁਤ ਤੇਜ਼ੀ ਨਾਲ ਰਾਈਜ਼ ਕਰ ਰਿਹਾ, ਇਹਦੀ ਪਬਲਿਕ ਸਪੋਰਟ ਜ਼ਿਆਦਾ ਹੈਗੀ ਹੈ। ਇਹ ਗੱਲ ਕਿਸੇ ਨੂੰ ਵੀ ਪਸੰਦ ਨਹੀਂ ਆਈ। ਈਵਨ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ, ਇਹ ਗੱਲ ਉਹਨਾਂ ਨੂੰ ਵੀ ਪਸੰਦ ਨਹੀਂ ਆਈ ਵੀ ਇਹ ਬੰਦਾ ਪਾਪੂਲਰ ਹੋ ਰਿਹਾ ਹੈ, ਇਹੋ ਜਿਹੇ ਜਿਹੜੀਆਂ ਇਹ ਗੱਲਾਂ ਕਰ ਰਿਹਾ ਹੈ, ਜਿਹੜੇ ਵਿਚਾਰ ਦੇ ਰਿਹਾ ਹੈ, ਉਹ ਲੋਕਾਂ ਨੂੰ ਪਸੰਦ ਆ ਰਹੇ ਨੇ ਔਰ ਲੋਕੀ ਇਹਨੂੰ ਸਮਰਥਨ ਦੇ ਰਹੇ ਨੇ। ਬੇਸਿਕ ਦੇਖੋ, ਦੋ ਗੱਲਾਂ ਹੈ। ਜਿੱਥੋਂ ਤੱਕ ਤੇ ਜਿਹੜੀ ਸਪੋਰਟ ਨਵਜੋਤ ਨੂੰ ਮਿਲ ਰਹੀ ਹੈ, ਹਾਲਾਂਕਿ ਜੇ ਤੁਸੀਂ ਉਹਦਾ ਐਟੀਟਿਊਡ ਦੇਖੋ, ਬਹੁਤ ਖੁਸ਼ ਕਿਸਮ ਦਾ ਐਟੀਟਿਊਡ ਹੈ, ਕਿਸੇ ਨੂੰ ਮਿਲ ਕੇ ਰਾਜੀ ਨਹੀਂ ਹੈਗਾ,
ਕਿਸੇ ਦਾ ਟੈਲੀਫੋਨ ਚੁੱਕ ਕੇ ਰਾਜੀ ਨਹੀਂ, ਉਹੀ ਕੈਪਟਨ ਅਮਰਿੰਦਰ ਸਿੰਘ ਵਾਲੀਆਂ, ਉਹਨਾਂ 'ਚ ਵੀ ਥੋੜ੍ਹੀਆਂ ਜਿਹੀਆਂ ਖਾਮੀਆਂ ਹੈਗੀਆਂ। ਲੇਕਿਨ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਿਹੜੀ ਉਹਨਾਂ ਦੀ ਸੋਚ ਹੈਗੀ ਹੈ ਕਿ ਇਮਾਨਦਾਰੀ ਦੀ ਗੱਲ ਕਰੋ, ਮਾਫੀਆ ਰਾਜ ਖਤਮ ਕਰੋ, ਲੁੱਟ ਖਸੁੱਟ ਖਤਮ ਕਰੋ, ਲੋਕਾਂ ਨੂੰ ਉਹਦੇ ਤੇ ਮੈਨੂੰ ਲੱਗਦਾ ਹੈ ਬਹੁਤ ਯਕੀਨ ਹੈਗਾ, ਬਹੁਤ ਭਰੋਸਾ ਹੈਗਾ, ਔਰ ਉਹ ਮਹਿਸੂਸ ਕਰ ਰਹੇ ਨੇ ਕਿ ਜੇ ਕੋਈ ਇਹੋ ਜਿਹਾ ਬੰਦਾ ਅੱਗੇ ਆਏਗਾ, ਸ਼ਾਇਦ ਉਹਨਾਂ ਨੂੰ ਜਿਹੜੀਆਂ ਇਹ ਸਿਆਸਤ ਦੇ ਵਿੱਚ ਬਹੁਤ ਇੱਕ ਕਿਸਮ ਦੀਆਂ ਮਾੜੀਆਂ ਕੁਛ ਰੁਝਾਨ ਆਏ ਨੇ, ਉਹਨਾਂ ਤੋਂ ਉਹਨਾਂ ਦਾ ਖੜਾ ਛੁੱਟ ਸਕੇ, ਨਿਜਾਤ ਮਿਲ ਸਕੇ। ਇੱਕ ਤੇ ਕਾਰਨ ਇਹ ਹੈਗਾ ਜੀ ਜੀ। ਦੂਜਾ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਜੀ ਜਿਵੇਂ ਪਹਿਲਾਂ ਉਹਨਾਂ ਨੇ ਕਈਆਂ ਦੇ ਖਿਲਾਫ ਬੋਲਦੇ ਰਹੇ, ਮਨਮੋਹਨ ਸਿੰਘ ਬਾਰੇ ਵੀ ਕੁਝ ਕਿਹਾ, ਸੋਨੀਆ ਗਾਂਧੀ ਬਾਰੇ ਵੀ ਭਾਜਪਾ 'ਚ ਹੁੰਦਿਆਂ ਕਿਹਾ। ਦੇਖੋ ਉਹ ਇੱਕ ਸਿਆਸੀ, ਬੇਸਿਕਲੀ ਜਿਹੜਾ ਬੰਦਾ ਇੱਕ ਸਿਆਸੀ ਤੁਸੀਂ ਕਹਿ ਸਕਦੇ ਹੋ ਬੁਲਾਰਾ ਹੈਗਾ, ਉਹ ਜਿਹੜੀ ਪਾਰਟੀ 'ਚ ਉਹਨੂੰ ਉਹ ਗੱਲ ਤੇ ਕਰਨੀ ਪਏਗੀ, ਉਹਨੂੰ ਉਸ ਪਾਰਟੀ ਦੀ ਭਾਸ਼ਾ ਤੇ ਬੋਲਣੀ ਪਏਗੀ। ਉਹ ਸਾਰੇ ਬੋਲਦੇ ਰਹੇ, ਮੈਨੂੰ ਲੱਗਦਾ ਨਵਜੋਤ ਵੀ ਬੋਲਦਾ ਰਿਹਾ, ਜਦੋਂ ਉਸ ਪਾਰਟੀ ਸੀ ਉਹਨਾਂ ਦੀ ਭਾਸ਼ਾ ਬੋਲਦਾ ਰਿਹਾ, ਜਦੋਂ ਹੁਣ ਇੱਧਰ ਹੈਗਾ ਹੁਣ ਇਹਨਾਂ ਦੀ ਭਾਸ਼ਾ ਬੋਲੇਗਾ। ਮੇਰੇ ਖਿਆਲ ਲੋਕੀ ਇਸ ਗੱਲ ਨੂੰ ਕੋਈ ਬਹੁਤ ਸੀਰੀਅਸਲੀ ਨਹੀਂ ਲੈ ਰਹੇ, ਪੋਲੀਟੀਕਲ ਬੰਦੇ ਜ਼ਰੂਰ ਲੈਂਦੇ ਹੋਣਗੇ, ਲੇਕਿਨ ਲੋਕੀ ਸਮਝਦੇ ਨੇ ਵੀ ਠੀਕ ਹੈ, ਹੁਣ ਜਦੋਂ ਉਹਨੇ ਪਾਰਟੀ ਬਦਲ ਲਈ ਤੇ ਉਹਨੂੰ ਆਪਣੀ ਭਾਸ਼ਾ ਵੀ ਬਦਲਣੀ ਪਏਗੀ, ਟਾਰਗੇਟ ਵੀ ਬਦਲਣੇ ਪੈਣਗੇ, ਲੀਡਰਾਂ ਨੂੰ ਜਿਨ੍ਹਾਂ ਨੂੰ ਟਾਰਗੇਟ ਬਣਾਉਣਾ ਉਹ ਵੀ ਬਦਲਣੇ ਪੈਣਗੇ। ਸੋ ਇਹ ਤੇ ਮੇਰੇ ਖਿਆਲ ਐਕਸਪੈਕਟਡ ਹੀ ਹੈ। ਇਸ ਮੁੱਦੇ ਤੇ ਆਪਾਂ ਜਦੋਂ ਗੱਲ ਕਰਦੇ ਹਾਂ, ਕਿਸੇ ਆਪਣੇ ਪਾਰਟੀ ਦੇ ਨੇਤਾ ਦੀ ਤਾਰੀਫ ਕਰਨਾ, ਉਹਨੂੰ ਤੁਸੀਂ ਕੋਈ ਇਹ ਨਹੀਂ ਲੈ ਸਕਦੇ ਕਿ ਉਹਦੇ ਤੇ ਕਰਪਸ਼ਨ ਦੇ ਚਾਰਜਸ ਜਾਂ ਭ੍ਰਿਸ਼ਟਾਚਾਰ ਦੇ ਚਾਰਜਸ ਹੈ। ਸੁਭਾਵਿਕ ਹੈ ਕਿ ਆਪਣੇ ਆਗੂ ਦੇ ਹੱਕ 'ਚ ਤਾਂ ਬੋਲੇਗੇ ਨਾ ਜਿਹੜੀ ਧਿਰ 'ਚ ਬੈਠਾ ਹੈ। ਦੇਖੋ ਗੱਲ ਬਿਲਕੁਲ ਠੀਕ ਹੈ ਤੁਹਾਡੀ ਕਿ ਇੱਕ ਪਾਰਟੀ ਦਾ ਅਨੁਸ਼ਾਸਨ ਹੈਗਾ, ਉਹ ਤੇ ਰੱਖਣਾ ਪਏਗਾ ਤੁਹਾਨੂੰ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਦੋ ਗੱਲਾਂ ਉਹਦੇ 'ਚ, ਨਵਜੋਤ ਸਿੱਧੂ ਨੇ ਮੇਰੇ ਖਿਆਲ ਇੱਥੇ ਰਹਿੰਦਿਆਂ ਕੁਝ ਇਸ਼ੂਜ਼ ਚੁੱਕੇ ਸੀ। ਉਹਨੇ ਮਾਫੀਆ ਰਾਜ ਦਾ ਇਸ਼ੂ ਚੁੱਕਿਆ, ਉਹਨੇ ਬਰਗਾੜੀ ਦਾ ਇਸ਼ੂ ਚੁੱਕਿਆ, ਉਹ ਕੁਝ ਨਹੀਂ ਰਿਹਾ। ਉਹਨੇ ਜਿਹੜੀ ਰੇਤ ਬਜਰੀ ਦੀ ਸਮਗਲਿੰਗ ਸੀ ਔਰ ਜਿਹੜਾ ਸ਼ਰਾਬ ਦੀ ਜਿਹੜਾ ਰੈਵਨਿਊ ਲਾਸ ਹੈਗਾ ਸਟੇਟ ਦਾ, ਉਹ ਇਸ਼ੂ ਬੜੇ ਜ਼ੋਰ ਨਾਲ ਚੁੱਕੇ। ਮੇਰੇ ਖਿਆਲ 'ਚ ਉਹ ਸੀਐਮ ਦਾ ਕੋਈ ਵਿਰੋਧ ਤੇ ਨਹੀਂ ਸੀ, ਮੈਂ ਨਹੀਂ ਸਮਝਦਾ ਕਿ ਉਹ ਸੀਐਮ ਦਾ ਵਿਰੋਧ ਹੈਗਾ, ਲੇਕਿਨ ਉਹਨੂੰ ਸਮਝਿਆ ਗਿਆ ਇਸ ਤਰ੍ਹਾਂ ਇੱਕ ਵੀ ਜਿਵੇਂ ਜੋ ਸੀਐਮ ਕਰ ਰਿਹਾ ਉਹਦਾ ਵਿਰੋਧ ਕਰ ਰਿਹਾ, ਉਹ ਆਪਣੀ ਇੱਕ ਵਿਚਾਰਧਾਰਾ ਦੇ ਰਿਹਾ ਜਾਂ ਆਪਣੀ ਸੋਚ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਸੁਣਾ ਦੇਣਾ, ਥੋੜੇ ਦਿਨ ਦੀ ਗੱਲ ਹੈ, ਮੈਂ ਨਾਂ ਨਹੀਂ ਲਵਾਂਗਾ ਉਸ ਐਮਐਲਏ ਦਾ। ਮੈਨੂੰ ਇੱਕ ਵਿਧਾਨਕਾਰ ਕਹਿੰਦਾ ਜੀ ਸਾਡੀ ਪਾਰਟੀ 'ਚ ਤੇ ਭੇਡਾਂ ਦੇ ਇੱਜੜ ਹੈਗੇ ਨੇ, ਸਿਆਸਤ ਜਿਹੜਾ ਹੈ ਉਹ ਭੇਡਾਂ ਦਾ ਇੱਜੜ ਬਣ ਗਿਆ, ਕਿਸੇ ਦੇ ਇੰਡੀਪੈਂਡੈਂਟ ਵਿਊਜ਼ ਨਹੀਂ ਹੈਗੇ। ਹਰੇਕ ਜਿਹੜਾ ਪੋਲੀਟੀਕਲ ਲੀਡਰ ਹੈਗਾ ਉਹਨੇ ਇੱਕ ਆਪਣਾ ਇੱਜੜ ਨਾਲ ਰੱਖਿਆ ਹੋਇਆ, ਕੁਛ ਉਹਦੇ ਖਿਲਾਫ ਨੇ ਇੱਜੜ, ਕੁਛ ਉਹਦੇ ਹੱਕ 'ਚ ਨੇ। ਸਿਆਸਤ 'ਚੋਂ ਕਹਿੰਦੇ ਜੀ ਕਿ ਇਹ ਕੰਮ ਖਤਮ ਹੋ ਗਿਆ ਹੈ, ਸੋਚ ਵਾਲਾ ਕੰਮ ਖਤਮ ਹੋਇਆ ਪਿਆ। ਮੇਰੇ ਖਿਆਲ 'ਚ ਇਹ ਇੱਕ ਜ਼ਰੂਰੀ ਗੱਲ ਹੈ, ਜਿਹੜਾ ਬੰਦਾ ਪੋਲੀਟੀਕਲ ਆਦਮੀ ਉਹਦੀ ਕੋਈ ਸੋਚ ਵੀ ਹੋਣੀ ਚਾਹੀਦੀ ਹੈ, ਉਹਨੂੰ ਕਿਸੇ ਥਾਂ ਤੇ ਸਟੈਂਡ ਵੀ ਲੈਣਾ ਚਾਹੀਦਾ ਹੈ, ਉਹਦੇ ਕੋਈ ਅਸੂਲ ਵੀ ਹੋਣੇ ਚਾਹੀਦੇ ਨੇ। ਇਹ ਨਹੀਂ ਕਿ ਤੁਸੀਂ ਸਿਰਫ ਆਪਣੇ ਲੀਡਰ ਦਾ ਸਮਰਥਨ ਕਰੀ ਜਾਓ। ਕਿਤੇ ਲੱਗਦਾ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਧਿਰਾਂ ਹੈ, ਕਾਂਗਰਸ ਪਾਰਟੀ ਹੈ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਹੈ, ਜਿਨ੍ਹਾਂ ਮੁੱਦਿਆਂ ਤੇ ਲੰਮੇ ਸਮੇਂ ਤੋਂ ਪੰਜਾਬੀਆਂ ਨੂੰ ਵਾਅਦੇ ਕਰਦੀਆਂ, ਭਰੋਸੇ ਦਿੰਦੀਆਂ ਰਹੀਆਂ, ਉਹ ਹੁਣ ਜਦੋਂ ਉਹਨਾਂ ਤੇ ਖਰੀਆਂ ਨਹੀਂ ਉਤਰ ਰਹੀਆਂ, ਉਹਦੇ ਕਰਕੇ ਵੀ ਬਹੁਤ ਵੱਡਾ ਉਹਨਾਂ ਦੀ ਭਰੋਸੇਯੋਗਤਾ ਨੂੰ ਖੋਰਾ ਲੱਗ ਰਿਹਾ, ਜਿਹਦੀ ਗੱਲ ਹਰਕਮਲ ਜੀ ਕਰ ਰਹੇ ਸੀ ਮੁੱਦਿਆਂ ਨੂੰ ਲੈ ਕੇ। ਹਾਂ ਜਗਤਾਰ ਜੀ, ਇਹਦੇ ਵਿੱਚ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਮੇਰੇ ਸਾਥੀ ਕਮਲ ਨੇ ਕਿਹਾ ਕਿ ਨਵਜੋਤ ਸਿੰਘ ਨੂੰ ਇੱਕ ਪਾਰਟੀ ਜਾਣ ਤੋਂ ਪਹਿਲੇ ਕਾਂਗਰਸ ਦੀ ਤਾਰੀਫ ਕਰ ਰਹੇ, ਦੂਜੀ ਬੀਜੇਪੀ ਦੀ ਜਾ ਕੇ ਜਿਹੜੀ ਸੀ ਉਹ ਕਾਂਗਰਸ ਦੇ ਖਿਲਾਫ ਬੋਲ ਰਹੇ ਸੀ। ਇਹਦੇ ਲੋਕੀ ਜਿਹੜੇ ਸੀਰੀਅਸ ਨਹੀਂ ਲੈਂਦੇ, ਮੈਂ ਇਸ ਗੱਲ ਤੋਂ ਸਹਿਮਤ ਨਹੀਂ ਹੈ। ਗੱਲ ਹੈ ਕਿ ਅੱਜ ਕੱਲ੍ਹ ਹੈਗਾ ਡਿਜੀਟਲ ਜ਼ਮਾਨਾ, ਉਹ ਪੁਰਾਣੇ ਵੀਡੀਓ ਵੀ YouTube 'ਤੇ ਅਵੇਲੇਬਲ ਹੈ ਔਰ ਨਵੇਂ ਵੀਡੀਓ ਵੀ ਅਵੇਲੇਬਲ ਹੈਗੇ ਆ। ਔਰ ਮੈਨੂੰ ਯਾਦ ਹੈ ਜਿਹੜੇ 3-3.5 ਸਾਲ ਪਹਿਲੇ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਔਰ ਛੱਡ ਕੇ ਕਾਂਗਰਸ ਪਾਰਟੀ ਸ਼ਾਮਿਲ ਹੋਏ ਸੀ, ਦਿੱਲੀ ਦੇ ਤਾਲਕਟੋਰਾ ਗਾਰਡਨ ਦੇ ਵਿੱਚ, ਸਟੇਡੀਅਮ ਦੇ ਵਿੱਚ ਉੱਥੇ ਮੀਟਿੰਗ ਹੋਈ ਸੀ, ਜਿੱਥੇ ਸੋਨੀਆ ਗਾਂਧੀ ਵੀ ਸੀ, ਡਾਕਟਰ ਮਨਮੋਹਨ ਸਿੰਘ ਵੀ ਸੀ। ਤਾਂ ਉੱਥੇ ਸਟੇਜ 'ਤੇ ਚੜ੍ਹ ਕੇ ਨਵਜੋਤ ਸਿੰਘ ਨੇ ਜਿਹੜੇ ਤਾਰੀਫਾਂ ਦੇ ਪੁੱਲ ਬਣਨੇ ਸ਼ੁਰੂ ਕੀਤੇ, ਸੋਨੀਆ ਦੇ ਵੀ ਤੇ ਮਨਮੋਹਨ ਸਿੰਘ ਦੇ, ਤਾਂ ਦੋਨੋਂ ਮੂੰਹ ਦੇ ਉੱਤੇ ਹੱਥ ਰੱਖ ਕੇ ਹੱਸ ਰਹੇ ਸੀ। ਇਹ ਆਪਾਂ ਹਾਲੇ ਵੀ ਇਹ ਅਵੇਲੇਬਲ ਹੈਗੇ, ਇਹ YouTube 'ਤੇ ਵੀ ਅਵੇਲੇਬਲ ਹੈਗੇ। ਕਹਿਣ ਦਾ ਮਤਲਬ ਹੈ ਕਿ ਜੇ ਬੰਦਾ ਕੋਈ ਸਿਆਸੀ ਗਿਰਗਿਟ ਦੀ ਤਰ੍ਹਾਂ ਰਾਤੋਂ ਰਾਤ ਰੰਗ ਬਦਲ ਕੇ ਨਵੀਂ ਗੱਲ ਸ਼ੁਰੂ ਕਰ ਦਿੰਦਾ, ਜਿਹਨਾਂ ਨੂੰ ਕੱਲ੍ਹ ਤੱਕ ਗਾਲਾਂ ਕੱਢਦੇ ਰਹੇ, ਜਿਹਨਾਂ ਨੂੰ ਗੂੰਗੀ ਗੁੜੀਆ ਕਹਿੰਦੇ ਰਹੇ, ਜਿਹਨਾਂ ਨੂੰ ਕਹਿੰਦੇ ਰਹੇ ਜੀ ਇਹ ਤਾਂ ਜਿਹੜੀ ਹੈ ਸਾਡੀ ਇਹ ਸੋਨੇ ਕੀ ਚੁੜੀਆ ਨਹੀਂ ਹੈ, ਸੋਨੀਆ ਕੀ ਚਿੜੀਆ ਹੈ ਹਿੰਦੁਸਤਾਨ, ਮਤਲਬ ਇਹੋ ਜਿਹੀਆਂ ਗੱਲਾਂ ਜਿਹੜੇ ਆਪਾਂ ਕਰਦੇ ਹਾਂ
ਤਾਂ ਉਹਦੇ ਤੇ ਫਿਰ ਕਲਾਬਾਜੀ ਖਾ ਕੇ ਦੂਜੀ ਪਲਟਵਾਰ ਸ਼ੁਰੂ ਕਰ ਦਿੰਦੇ ਆ ਕਿ ਨਹੀਂ ਜੀ, ਨੇ ਇਹਨਾਂ ਵਰਗਾ ਤਾਂ ਬੰਦਾ ਕੋਈ ਨਹੀਂ। ਤਾਂ ਲੋਕੀ ਦੇਖੋ ਇੰਨੇ ਸਿਆਣੇ ਹੈਗੇ ਆ, ਉਹ ਸਮਝਦੇ ਆ ਕਿ ਇਹੀ ਬੰਦੇ ਜਿਹੜੇ ਸੀ ਜਿਹੜੇ ਕੱਲ੍ਹ ਇਹਨਾਂ ਨੂੰ ਗਾਲਾਂ ਕੱਢਦੇ ਸੀ, ਹੁਣ ਉਹਨੇ ਤਾਰੀਫ ਕਰ ਰਹੇ ਆ, ਤੇ ਇਹਨਾਂ ਦੀ ਵਿਸ਼ਵਸਨੀयता, ਇਹਨਾਂ ਦੀ ਕੌਨਫੀਡੈਂਸ ਕਿੰਨਾ ਹੈਗਾ। ਦੂਜੀ ਗੱਲ ਇਹ ਹੈ ਕਿ ਨਵਜੋਤ ਸਿੱਧੂ ਦਾ ਨਾਂ ਇੰਨਾ ਕਿਉਂ ਚੱਲ ਰਿਹਾ, ਜਿਸ ਤਰ੍ਹਾਂ ਕਿ ਸਾਰੇ ਮੇਰੇ ਦੋਸਤ ਸਾਰੇ ਕਹਿ ਰਹੇ ਹੈ, ਔਰ ਕਾਂਗਰਸ ਦੇ ਪਾਰਟੀ ਦੇ ਅੰਦਰ ਵੀ ਬਾਹਰ ਕਈ ਹਲਕਿਆਂ ਵਿੱਚ ਇਹ ਗੱਲ ਚੱਲਦੀ ਹੈ ਕਿ ਜੇ ਨਵਜੋਤ ਸਿੱਧੂ ਅਗਰ ਆ ਜਾਏ ਤਾਂ ਬਸ ਬਾਹਰ ਦੇ ਨਿਆਰੇ ਹੋ ਜਾਣਗੇ। ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਇੰਟਰਨਲ ਪੋਲਿਟਿਕਸ ਇਨਵੋਲਵਡ ਹੈ। ਉਹ ਇਸ ਕਰਕੇ ਕਿ ਕੈਪਟਨ ਸਾਹਿਬ ਅਵੇਲੇਬਲ ਨਹੀਂ ਹੈ, ਕੈਪਟਨ ਸਾਹਿਬ ਐਕਸੈਸਿਬਲ ਨਹੀਂ ਹੈ, ਉਹਨਾਂ ਦੇ ਮੰਤਰੀਆਂ ਨੂੰ ਵੀ ਉਹਨਾਂ ਨੂੰ ਮਿਲਣ ਲਈ ਪਹਿਲੇ ਅਪਾਇੰਟਮੈਂਟ ਲੈਣੀ ਪੈਂਦੀ ਹੈ, ਅਪਾਇੰਟਮੈਂਟ ਲਈ ਵੀ ਹਾੜੇ ਕੱਢਣੇ ਪੈਂਦੇ ਹੈ। ਤਾਂ ਉਹਦੇ ਵਿੱਚ ਫਿਰ ਉਹ ਕੀ ਕਰਦੇ ਹੈ ਕਿ ਯਾਦ ਹੈ ਬਿਊਰੋਕ੍ਰੇਸੀ ਦੇ ਮਗਰ ਪੈ ਜਾਂਦੇ ਹੈ ਕਿ ਜੀ ਦੇਖੋ ਜੀ ਇੱਥੇ ਅਫਸਰਸ਼ਾਹੀ ਹਾਵੀ ਹੋ ਰਹੀ ਹੈ, ਦੇਖੋ ਜੀ ਸਾਨੂੰ ਅਫਸਰਸ਼ਾਹੀ ਸਾਡੀ ਸੁਣਦੀ ਨਹੀਂ। ਉਹ ਹੁਣ ਜਿਸਲੇ ਹੁਣ ਅਫਸਰਸ਼ਾਹੀ ਦਾ ਪਿੱਛੇ ਜਿਹਾ ਪੰਗਾ ਪਿਆ ਰਿਹਾ ਚੀਫ ਸੈਕਟਰੀ ਦਾ, ਉਹ ਹੱਲ ਹੋਇਆ ਤਾਂ ਹੁਣ ਉਹ ਦੂਜੇ ਪਾਸੇ ਪੈ ਗਏ। ਗੱਲ ਇਹ ਹੈ ਕਿ ਟਾਰਗੇਟ CM ਹੈ, CM ਪਹਿਲੇ ਵੀ ਟਾਰਗੇਟ ਸੈਕਟਰੀ ਜਿਹੜਾ ਸਾਡੀ ਸੁਣਦਾ ਨਹੀਂ। ਤਾਂ ਜੀ ਉਹ ਮੇਨ ਤਾਂ ਪ੍ਰੋਬਲਮ ਇਹ ਸੀ ਕਿ ਅਗਰ CM ਚੀਫ ਸੈਕਟਰੀ ਨੂੰ ਕਹਿੰਦਾ ਕਿ ਤੂੰ ਮੇਰੀ ਗੱਲ ਸੁਣਨੀ ਹੈ ਔਰ ਜੋ ਮੈਂ ਕਹਿੰਦਾ ਉਹਦੇ ਹੁਕਮਾਂ ਦੇ ਮੁਤਾਬਕ ਪਾਲਿਸੀ ਤਿਆਰ ਕਰ ਉਹ ਲੈ ਕੇ ਆ, ਤਾਂ ਹੁਣ ਉਹ CM ਨੂੰ ਟਾਰਗੇਟ ਕਰਨ ਲਈ ਹੁਣ ਨਵਜੋਤ ਸਿੱਧੂ ਦਾ ਨਾਂ ਚੱਲ ਪਿਆ। ਸੋ ਇਹ ਕਿੰਨਾ ਕੁ ਸੀਰੀਅਸ ਹੈ ਕਿੰਨਾ ਕੁ ਨਹੀਂ ਸੀਰੀਅਸ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਇਹ ਜਿਹੜੀ ਪਾਰਟੀ ਦੀ ਇੰਟਰਨਲ ਪੋਲਿਟਿਕਸ ਹੈ, ਅੰਦਰ ਇੰਟਰਨਲ ਡਾਇਨਾਮਿਕਸ ਹੈ, ਉਹ ਵੀ ਬੜਾ ਹੱਦ ਤੱਕ ਇਹਦੇ ਸ਼ਾਮਲ ਹੈ। ਲੇਕਿਨ ਇਹ ਸੱਚ ਹੈ ਰਾਸ਼ੀ ਜੀ, ਇੱਕ ਸਵਾਲ ਰਾਸ਼ੀ ਜੀ ਇੱਕ ਸਵਾਲ ਮੈਂ ਲੈਣਾ ਚਾਹਾਂਗਾ। ਬਿਲਕੁਲ ਠੀਕ ਹੈ। ਮੈਂ ਜਿਹੜੀ ਆਪਣਾ ਹਰਕਮਲ ਜੀ ਗੱਲ ਕਹਿ ਰਹੇ ਸੀ ਕਿ ਪੰਜਾਬੀਆਂ ਦੇ ਜਿਹੜੇ ਕੁਝ ਮੁੱਦੇ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਰਵਾਇਤੀ ਪਾਰਟੀਆਂ ਹੱਲ ਨਹੀਂ ਕਰ ਸਕੀਆਂ, ਨਵਜੋਤ ਸਿੱਧੂ ਉਹਨਾਂ ਮੁੱਦਿਆਂ 'ਤੇ ਆਵਾਜ਼ ਉਠਾਉਂਦਾ ਰਿਹਾ। ਇੱਕ ਇਹ ਵੀ ਵਜ੍ਹਾ ਹੋ ਸਕਦੀ ਹੈ ਪ੍ਰਾਸ਼ੀ ਜੀ? ਨਹੀਂ, ਇਹ ਬਿਲਕੁਲ ਠੀਕ ਹੈ ਕਿ ਉਹ ਜ਼ਿਲ੍ਹੇ ਕੈਬਨਿਟ ਦੇ ਵਿੱਚ ਸੀ, ਉਹਨਾਂ ਨੇ ਕਈ ਕਰਪਸ਼ਨ ਦੇ ਖਿਲਾਫ ਕਈ ਜਿਹਾਦ ਸ਼ੁਰੂ ਕੀਤਾ, ਕਈ ਮੁੱਦੇ, ਲੇਕਿਨ ਉਹਨਾਂ ਕਰਕੇ ਹੀ ਉਹ ਹੀ ਵਾਜ਼ ਰੌਕਿੰਗ ਦੀ ਬੋਟ। ਉਹ ਸਾਰੇ ਕਾਂਗਰਸੀ ਇਹੀ ਮਿਨਿਸਟਰ, ਇਹੀ MLA ਜਾ ਕੇ CM ਦੇ ਕੰਨ ਖਾਣ ਲੱਗ ਪਏ ਸੀ ਕਿ ਜੀ ਇਹ ਕੋਈ ਰੋਕੋ ਹੈ, ਸਾਡਾ ਮਤੀ 5 ਸਾਲਾਂ ਬਾਅਦ ਰਾਜ ਆਇਆ, 5 ਸਾਲ ਹੀ 10 ਸਾਲ ਧੱਕੇ ਖਾਧੇ ਹੈ, ਤਾਂ ਹੁਣ ਥੋੜ੍ਹਾ ਜਿਹਾ ਇੱਥੇ ਆ ਕੇ ਬੈਠੇ ਹੈ, ਕੋਈ ਸਾਹ ਆਇਆ ਔਰ ਤੁਹਾਨੂੰ ਰਾਜ ਕਰ ਲੈਂਦੇ ਹੋ, 4 ਪੈਸੇ ਅਸੀਂ ਇਲੈਕਸ਼ਨਾਂ ਵਿੱਚ ਅਸੀਂ ਖਰਚਣੇ ਉਹ ਵੀ ਇਕੱਠੇ ਕਰ ਲੈਂਦੇ ਹੋ। ਤਾਂ ਇਸ ਕਰਕੇ ਇਹ ਗਰੀਬ ਨੂੰ ਕਿ ਨਵਜੋਤ ਸਿੱਧੂ ਨੂੰ ਜਿਹੜਾ ਬਲੀ ਦਾ ਬੱਕਰਾ ਬਣਾਉਣਾ ਪਿਆ ਔਰ ਉਹਨੂੰ ਬਾਹਰ ਬਾਹਣਾ ਪਿਆ। ਲੇਕਿਨ ਹੁਣ ਸਵਾਲ ਇਹ ਹੈ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਅੱਗੇ ਲੈ ਕੇ ਆ ਸਕੇ। ਜੇ ਆ ਗਏ ਤਾਂ ਇਹ ਕੀ ਹੈ, ਸ਼ਰਤੀਆ ਗੱਲ ਹੈ ਕਿ ਜੀ ਕਾਂਗਰਸ ਪਾਰਟੀ ਦੀ ਬੇੜੀ ਜਿਹੜੀ ਉਹ ਪਾਰ ਲੱਗ ਜੂਗੀ, ਕਿਉਂਕਿ ਇਲੈਕਸ਼ਨ ਆਪਾਂ ਜਿਸ ਤਰ੍ਹਾਂ ਪਹਿਲੇ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਇਲੈਕਸ਼ਨ ਲੜਨ ਲਈ ਆਪ ਤਾਂ ਤੁਸੀਂ ਸਮਰਥ ਹੋਵੋ, ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ ਤੁਹਾਡੇ ਵਿਰੋਧ ਵਿੱਚ ਕੌਣ ਹੈਗਾ। ਅਕਾਲੀ ਹੈਗੇ ਹੈ, ਆਮ ਆਦਮੀ ਪਾਰਟੀ ਹੈਗੀ ਹੈ, ਭਾਜਪਾ ਹੈਗੀ ਹੈ, ਔਰ ਭਾਜਪਾ ਦੇ ਪਿੱਛੇ ਨਰਿੰਦਰ ਮੋਦੀ ਖੜਾ ਹੈ। ਉਹ ਆ ਕੇ ਪਿਛਲੀ ਵਾਰ ਵੀ ਇਲੈਕਸ਼ਨ ਲੜਿਆ ਸੀ, ਐਤਕੀ ਫੇਰ ਲੜੇਗਾ। ਤਾਂ ਚਾਹੇ ਪਿਛਲੀ ਵਾਰ ਉਹ ਨਹੀਂ ਚੱਲੀ ਤਾਂ ਹੋ ਸਕਦਾ ਐਤਕੀ ਚੱਲ ਜਾਏ। ਸੋ ਇਸ ਕਰਕੇ ਇਹ ਫਿਊਚਰ ਦੇ ਉੱਤੇ ਹਾਲੇ ਵੀ ਸਵਾਲੀਆ ਨਿਸ਼ਾਨ ਹੈ। ਔਰ ਅਗਰ ਕੱਲ੍ਹ ਨਵਜੋਤ ਸਿੰਘ ਸਿੱਧੂ ਵੀ ਵਾਪਸ ਆ ਵੀ ਜਾਂਦੇ ਆ, ਉਹਨਾਂ ਨੂੰ ਪਾਰਟੀ ਦੀ ਬਾਗਡੋਰ ਸੰਭਾਲੀ ਜਾ ਸਕਦੀ ਹੈ, ਜੇ ਸੰਭਾਲ ਵੀ ਦਿੱਤੀ ਜਾਂਦੀ ਹੈ, ਤੇ ਇਹ ਕੋਈ ਪੱਕਾ ਇਲਾਜ ਨਹੀਂ ਹੈ ਕਿ ਜੀ ਪਾਰਟੀ ਕਾਂਗਰਸ ਜਿੱਤੇਗੀ। ਤਾਂ ਇਹਦੇ ਉੱਤੇ ਸਵਾਲੀਆ ਨਿਸ਼ਾਨ ਹਾਲੇ ਵੀ ਬੜਾ ਭਾਰੀ ਲੱਗਿਆ ਹੋਇਆ। ਓਕੇ, ਥੈਂਕ ਯੂ ਪ੍ਰਾਸ਼ੀ ਜੀ। ਹਰਕਮਲ ਜੀ, ਮੈਂ ਇਸ 'ਤੇ ਤੁਹਾਡੇ ਕਮੈਂਟਸ ਲੈਣਾ ਚਾਹਾਂਗਾ। ਜਿਹੜਾ ਪ੍ਰਾਸ਼ੀ ਨੇ ਇਸ਼ੂ ਲਿਆਂਦਾ ਹੈ, ਉਹ ਕਹਿੰਦੇ ਜੇ ਨਵਜੋਤ ਸਿੱਧੂ ਆ ਵੀ ਜਾਂਦਾ ਹੈ ਤਾਂ ਜਿਹੜੀਆਂ ਵਿਰੋਧੀ ਧਿਰਾਂ ਦੂਜੇ ਪਾਸੇ ਖੜੀਆਂ ਹੈ, ਇਹ ਕੋਈ ਇਸ ਗੱਲ ਦੀ ਯਕੀਨ ਦਹਾਨੀ ਨਹੀਂ ਹੈ ਕਿ ਵੀ ਇਹਦੇ ਨਾਲ ਕਾਂਗਰਸ ਦੀ ਬੇੜੀ ਬੰਨ੍ਹਣ ਲੱਗ ਜਾਏਗੀ। ਇਸ ਮੁੱਦੇ 'ਤੇ ਪ੍ਰਾਸ਼ੀ ਜੀ ਦਾ ਆਪਣਾ ਇੱਕ ਵੱਖਰਾ ਵਿਊ ਪੁਆਇੰਟ ਹੈ। ਕਿਵੇਂ ਦੇਖਦੇ ਹੋ ਤੁਸੀਂ ਹਰਕਮਲ ਜੀ ਇਸ ਨੂੰ? ਦੇਖੋ, ਇਹ ਗੱਲ ਤੇ ਬਿਲਕੁਲ ਠੀਕ ਹੈਗੀ ਕਿ ਤੁਸੀਂ ਫਿਊਚਰ ਬਾਰੇ ਕੋਈ ਪ੍ਰੈਡਿਕਸ਼ਨ ਤੇ ਨਹੀਂ ਆਪਾਂ ਦੇ ਸਕਦੇ ਕਿ ਕੱਲ ਨੂੰ ਕੀ ਹੋਏਗਾ। ਯੈਸ, ਪਰ ਅੱਜ ਦੀ ਡੇਟ 'ਚ ਜੋ ਨਜ਼ਰ ਆ ਰਿਹਾ ਹੈ ਕਿ ਨਵਜੋਤ ਸਿੱਧੂ ਨੂੰ ਇੱਕ ਬਹੁਤ ਇੰਪੋਰਟੈਂਟ ਫੈਕਟਰ ਸਮਝਿਆ ਜਾ ਰਿਹਾ ਹੈ ਆਉਣ ਵਾਲੀਆਂ ਇਲੈਕਸ਼ਨਾਂ ਲਈ। ਮੈਂ ਉਹਦਾ ਤੁਹਾਨੂੰ ਰੀਜ਼ਨ ਦੱਸ ਦਿੰਦਾ। ਜਿਹੜੀ ਪ੍ਰਾਸ਼ਰ ਜੀ ਨੇ ਕਿਹਾ ਗੱਲ ਠੀਕ ਹੈ ਕਿ ਉਦੋਂ ਜਦੋਂ ਇਹ ਸੋਨੀਆ ਦੇ ਹੱਕ 'ਚ ਬੋਲਿਆ ਜਾਂ ਮਨਮੋਹਨ ਸਿੰਘ ਦੇ, ਉਹ ਜ਼ਰੂਰ ਮੁਸਕਰਾਏ ਹੋਣਗੇ। ਪਰ ਮਸਲਾ ਇਹ ਕਿ ਜਿਹੜੇ ਇਸ਼ੂਜ਼ ਉਹ ਅੱਜ ਚੁੱਕ ਰਿਹਾ ਹੈ, ਜਿਹੜੇ ਉਹਨੇ ਇਸ ਕੈਬਨਿਟ 'ਚ ਹੁੰਦਿਆਂ ਚੁੱਕੇ ਕਾਂਗਰਸ ਦੀ, ਉਹੀ ਉਹ ਅਕਾਲੀਆਂ ਦੀ ਸਰਕਾਰ 'ਚ ਵੀ ਚੁੱਕ ਰਿਹਾ ਸੀ। ਉਦੋਂ ਵੀ ਉਹੀ ਕਹਿ ਰਿਹਾ ਸੀ ਕਿ ਜੇ ਮਾਫੀਆ ਰਾਜ ਖਤਮ ਕਰੋ। ਉਦੋਂ ਵੀ ਉਹ ਕਹਿ ਰਿਹਾ ਸੀ ਕਿ ਲੁੱਟ ਖਸੁੱਟ ਖਤਮ ਕਰੋ। ਇਹ ਜਿਹੜਾ ਸ਼ਰਾਬ ਦਾ ਇਹ ਸਾਰੇ ਕੰਮ ਉਦੋਂ ਵੀ ਹੋ ਰਹੇ ਸੀ। ਕੈਪਟਨ ਅਮਰਿੰਦਰ ਦੀ ਸਰਕਾਰ ਨੇ
ਇਹ ਲੁੱਟ ਦੇ ਸਾਰੇ ਕੰਮ ਅੱਗੋਂ ਕੰਟੀਨਿਊ ਹੀ ਕੀਤੇ ਨੇ ਨਾ, ਇਹਨਾਂ ਨੇ ਕੋਈ ਉਹਦੇ 'ਚ ਨਵਾਂ ਤੇ ਕੋਈ ਦਿਮਾਗ ਲਾਇਆ ਨਹੀਂ ਹੈਗਾ ਕਿ ਅਸੀਂ ਕੋਈ ਹੋਰ ਨਵਾਂ ਕੰਮ ਕਰ ਲਈਏ। ਮੇਰੇ ਖਿਆਲ 'ਚ ਉਦੋਂ ਵੀ ਤੁਸੀਂ ਦੇਖੋ ਅਕਾਲੀਆਂ ਦੇ ਰਾਜ 'ਚ ਉਹ ਟਰਾਂਸਪੋਰਟ ਮਾਫੀਏ ਦੀ ਗੱਲ ਵੀ ਕਰਦਾ ਸੀ, ਰੇਤ ਬਜਰੀ ਮਾਫੀਏ ਦੀ ਵੀ ਗੱਲ ਕਰਦਾ ਸੀ ਬਤੌਰ ਬੀਜੇਪੀ ਲੀਡਰ, ਜੀ ਔਰ ਅੱਜ ਵੀ ਉਹ ਉਹੀ ਮੁੱਦੇ ਉਠਾ ਰਿਹਾ। ਮੈਨੂੰ ਲੱਗਦਾ ਕਿ ਮੇਨ ਉਹਦੀ ਸਪੋਰਟ ਦਾ ਜਿਹੜਾ ਕਾਰਨ ਹੈਗਾ ਹੈ, ਉਹ ਇਹ ਇਸ਼ੂ ਨੇ, ਉਹ ਇਸ਼ੂ ਬੇਸਡ ਜਿਹੜੀ ਪੋਲਿਟਿਕਸ ਕਰ ਰਿਹਾ ਹੈ, ਲੋਕੀ ਉਹਨੂੰ ਪਸੰਦ ਕਰ ਰਹੇ ਨੇ। ਔਰ ਮੈਨੂੰ ਲੱਗਦਾ ਕਿ ਇਸੇ ਗੱਲ ਕਰਕੇ ਲੋਕੀ ਮਹਿਸੂਸ ਕਰਦੇ ਨੇ ਕਿ ਨੈਕਸਟ ਇਲੈਕਸ਼ਨ ਲਈ ਉਹ ਇੱਕ ਹੈਵੀ ਵੇਟ ਪੋਲੀਟੀਸ਼ੀਅਨ ਹੋ ਸਕਦਾ ਹੈ, ਉਹ ਇੱਕ ਇੰਪੋਰਟੈਂਟ ਫਿਗਰ ਹੋ ਸਕਦਾ ਹੈ। ਬਾਕੀ ਉਹ ਗੱਲ ਠੀਕ ਹੈ, ਇਹ ਅਜੇ ਤੁਸੀਂ ਕੁਝ ਨਹੀਂ ਆਪਾਂ ਕਹਿ ਸਕਦੇ ਕਿ ਉਹ ਪਾਰਟੀ ਨੂੰ ਕਿਹੋ ਜਿਹੀ ਲੀਡ ਦੇ ਸਕੇਗਾ, ਕਿੰਨੇ ਲੋਕ ਉਹਦੇ ਨਾਲ ਜੁੜ ਸਕਣਗੇ, ਕਾਫੀ ਸਮਾਂ ਹੈ ਜੀ। ਉਸ ਵੇਲੇ ਹਾਂ ਮੁਕਾਬਲੇ 'ਚ ਕਿਹੜਾ ਗਠਬੰਧਨ ਬਣੇਗਾ, ਕੀ ਹੋਏਗਾ, ਕੀ ਇਹ ਤੇ ਦੂਰ ਦੀਆਂ ਗੱਲਾਂ ਨੇ। ਲੇਕਿਨ ਇਹ ਵੇ ਕਿ ਅੱਜ ਦੀ ਡੇਟ ਦੇ ਵਿੱਚ ਉਹ ਪੋਲੀਟੀਕਲ ਅਫੇਅਰ 'ਚ ਇੱਕ ਬਹੁਤ ਇੰਪੋਰਟੈਂਟ ਤੁਸੀਂ ਕਹਿ ਸਕਦੇ ਹੋ ਫੈਕਟਰ ਹੈਗਾ। ਪਰ ਕਮਲ ਜੀ ਇਹਦੇ ਨਾਲ ਜਿਹੜੀ ਗੱਲ ਬਿਲਕੁਲ ਠੀਕ ਜਿਹੜਾ ਰਾਜਨ ਮਾਨ ਜਦੋਂ ਆਪਾਂ ਮੁੱਦਿਆਂ ਦੀ ਲਦਾਖ ਦੇ ਵਿੱਚ ਲੋਕਾਂ ਦੀ ਗੱਲ ਕੀਤੀ ਹੈ, ਜੇ ਆਪਾਂ ਮੁੱਦਿਆਂ ਦੇ ਮਾਮਲੇ ਤੇ ਲੈ ਕੇ ਗੱਲ ਕਰਦੇ ਹਾਂ ਤਾਂ ਇਸ ਮਾਮਲੇ 'ਚ ਤੁਸੀਂ ਕਿਵੇਂ ਦੇਖਦੇ ਆ ਨਵਜੋਤ ਸਿੱਧੂ ਦੀ ਲੀਡਰਸ਼ਿਪ ਨੂੰ? ਕਿਉਂਕਿ ਉਹਨੇ ਬਰਗਾੜੀ ਕਾਂਡ ਦੀ ਗੱਲ ਕੀਤੀ ਹੈ, ਉਹਨਾਂ ਨੇ ਜਿਹੜਾ ਬਰਗਾੜੀ ਕਾਂਡ ਦੇ ਨਾਲ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਗੱਲ ਕੀਤੀ ਹੈ, ਉਹਨੇ ਇੱਦਾਂ ਹੀ ਜਿਹੜਾ ਮੀਡੀਆ ਦੀ ਤੇ ਹੋਰ ਜਿਹੜੇ ਮਾਫੀਆ ਹੈਗੇ ਆ ਉਹਨਾਂ ਦੀ ਗੱਲ ਕੀਤੀ ਹੈ। ਕੀ ਇਹ ਮੁੱਦੇ ਵੀ ਹੈਗੇ ਆ ਜਿਹੜੇ ਲੋਕਾਂ ਨੂੰ ਲੈ ਕੇ ਜਾ ਰਹੇ ਆ? ਜੀ ਬਿਲਕੁਲ, ਇਹਦੇ ਵਿੱਚ ਸਿੱਧੂ ਸਾਹਿਬ ਕੋਈ ਸ਼ੱਕ ਨਹੀਂ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਅੱਜ ਲੋਕਾਂ ਦੇ ਵਿੱਚ ਉਹਦੀ ਪ੍ਰਚਲਿਤ ਆ ਜਾਂ ਲੋਕੀ ਉਹਨੂੰ ਪਸੰਦ ਕਰ ਰਹੇ ਨੇ, ਲੋਕੀ ਸਿਰਫ ਉਹਨੂੰ ਇੱਕ ਐਜ ਏ ਸਟਾਰ ਕੰਪੇਨਰ ਨਹੀਂ ਪਸੰਦ ਕਰ ਰਹੇ ਕਿ ਉਹ ਸਟਾਰ ਸੀ ਜਾਂ ਕ੍ਰਿਕਟਰ ਸੀ, ਉਹ ਨਹੀਂ ਕਰਕੇ ਕਰ ਰਹੇ ਉਹਨੂੰ ਇੱਕ ਐਜ ਏ ਪੋਲੀਟੀਸ਼ੀਅਨ, ਐਜ ਏ ਮੈਨ ਉਹਨੂੰ ਲੋਕ ਪਸੰਦ ਕਰ ਰਹੇ ਨੇ ਕਿ ਉਹਦੇ ਵੱਲੋਂ ਜਿਹੜਾ ਪੰਜਾਬ ਦੇ ਲੋਕਾਂ, ਦੇਖੋ ਜਿਹੜਾ ਪੰਜਾਬ ਦੇ ਲੋਕਾਂ ਦਾ ਅਸਲੀ ਦਰਦ ਆ ਨਾ, ਉਹ ਦਰਦ ਦੀ ਉਹ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ। ਜੇ ਪੰਜਾਬ ਦੇ ਵਿੱਚ ਜਿਵੇਂ ਕਵਲ ਜੀ ਨੇ ਵੀ ਦੱਸਿਆ ਮਾਫੀਆ ਦੀ ਗੱਲ ਕੀਤੀ, ਟਰਾਂਸਪੋਰਟ ਮਾਫੀਆ ਦੀ, ਬਰਗਾੜੀ ਕੇਸ ਦੀ ਆਪਾਂ ਮਾਮਲੇ ਦੀ ਗੱਲ ਲੈ ਲਓ, ਫਿਰ ਪੰਜਾਬ ਵਿੱਚ ਨਸ਼ੇ ਦੇ ਚਿੱਟੇ ਦੇ ਮਾਮਲੇ ਦੀ ਗੱਲ ਆਪਾਂ ਲੈ ਲਓ ਕਿ ਉਹਨੇ ਸਭ ਤੋਂ ਵੱਧ ਰੌਲਾ ਪਾਇਆ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਬਰਬਾਦੀ ਹੋ ਗਈ ਆ, ਸਾਰੀ ਨੌਜਵਾਨ ਪੀੜ੍ਹੀ ਖਤਮ ਹੋ ਗਈ ਆ, ਉਹਦੇ ਤੇ ਅਸੀਂ ਕਿਉਂ ਕਾਰਵਾਈ ਨਹੀਂ ਕਰ ਰਹੀ ਸਰਕਾਰ, ਬਰਗਾੜੀ ਮਾਮਲੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ? ਕਿਉਂਕਿ ਇਹ ਸਾਰੇ ਇਸ਼ੂ ਜਿਹੜੇ ਲੋਕ ਦੇਖੋ, ਇਹ ਇਸ਼ੂ ਜਿਹੜੇ ਨੇ ਜਿੰਨੀਆਂ ਪਿਛਲੀਆਂ ਇਲੈਕਸ਼ਨਾਂ ਆਈਆਂ ਨੇ ਲਗਾਤਾਰ ਤੁਸੀਂ ਦੇਖੋ, ਜਿਹੜੀਆਂ ਸਿਆਸੀ ਧਿਰਾਂ ਨੇ, ਸਿਆਸੀ ਜਮਾਤ ਜਿਹੜੀ ਆ ਉਹ ਲੋਕਾਂ ਦੀ ਗੱਲਾਂ ਕਰਕੇ ਇੱਕ ਦੂਜੇ ਤੇ ਚਿੱਕੜ ਸੁੱਟਦੇ ਰਹੇ ਨੇ ਕਿ ਜੇ ਹੁਣ ਪਿਛਲੀ ਕਾਂਗਰਸ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਣੀ ਸੀ, ਸੱਤਾ ਤੇ ਆਉਣ ਤੋਂ ਪਹਿਲਾਂ ਉਹਨਾਂ ਨੇ ਈਵਨ ਕਿ ਰੈਦਰ ਮੈਂ ਕਹਾਂਗਾ ਕਿ ਆਮ ਆਦਮੀ ਪਾਰਟੀ ਨੇ ਵੀ ਅਕਾਲੀ ਦਲ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਅਸੀਂ ਲਾਏ, ਉਹਨਾਂ ਦੇ ਉੱਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਾਏ, ਮਾਫੀਆ ਦੇ ਸਾਰੇ ਰੇਤ ਮਾਫੀਆ ਵਿੱਚ ਠੀਕ ਹੈ ਇਲਜ਼ਾਮ ਲਾਏ, ਉਹ ਜੋ ਕੀਤਾ ਬਿਲਕੁਲ ਉਹਦੇ ਕਰਕੇ। ਪਰ ਲੋਕਾਂ ਨੂੰ ਉਸ ਟਾਈਮ ਤੇ ਲੱਗਾ ਕਿ ਹਾਂ ਕੈਪਟਨ ਅਮਰਿੰਦਰ ਸਿੰਘ ਜਿਹੜੀਆਂ ਗੱਲਾਂ ਕਰ ਰਿਹਾ, ਪੰਜਾਬ ਚੋਂ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ, ਲੋਕਾਂ ਨੂੰ ਲੱਗਾ ਕਿ ਹਾਂ ਵੀ ਇਹ ਬੰਦੇ ਨੇ, ਕਿਉਂਕਿ ਲਾਸਟ ਜਿਹੜੀ ਟੈਨਿਓਰ ਸੀ ਪਿਛਲੇ 5 ਸਾਲ ਜਿਹੜੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸੱਤਾ ਹਟਾਈ ਸੀ, ਲੋਕਾਂ ਨੂੰ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਕਹਿਣੀ ਤੇ ਕਰਨੀ ਵਾਲਾ ਆਦਮੀ ਆ, ਤੇ ਹੋ ਸਕਦਾ ਕਿ ਜੋ ਇਹ ਗੱਲਾਂ ਹੁਣ ਕਹਿ ਰਹੇ ਆ ਤੇ ਇਹ ਸੱਤਾ ਵਿੱਚ ਆ ਕੇ ਜਿਹੜਾ ਇਸ ਤਰ੍ਹਾਂ ਦਾ ਕਰੂਗਾ, ਕਿਉਂਕਿ ਅਕਾਲੀ ਦਲ ਦੇ ਵਿਰੁੱਧ ਕਾਰਵਾਈ ਕਰੇਗਾ, ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਕੋਈ ਰਾਹਤ ਮਿਲੇਗੀ। ਪਰ ਉਸਦੇ ਉਲਟ ਹੋਇਆ ਸਾਰਾ, ਲੋਕ ਮਜੂਸ ਹੋਏ ਪੰਜਾਬ ਦੇ। ਉਹਨਾਂ ਨੇ ਵੇਖਿਆ ਵੀ ਨਾ ਤੇ ਗੁਰੂ ਗ੍ਰੰਥ ਸਾਹਿਬ ਵਾਲੇ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਕੋਈ ਕਰ ਪਾਈ, ਨਾ ਨਸ਼ੇ ਦੇ ਮਾਮਲੇ, ਨਸ਼ੇ ਦੇ ਅੱਜ ਵੀ ਜੇ ਪੰਜਾਬ ਦੇ ਵਿੱਚ ਵੇਖਿਆ ਜਾਵੇ ਨਸ਼ਾ ਤਸਕਰੀ ਦਾ ਕੰਮ ਉਸੇ ਤਰ੍ਹਾਂ ਹੀ ਬਰਕਰਾਰ ਆ, ਉਦਾਂ ਹੀ ਤੁਹਾਨੂੰ ਅਵੇਲੇਬਿਲਿਟੀ ਉਹਦੀ ਹੈਗੀ ਆ, ਕਦੇ ਰੇਟ ਵੱਧ ਕਦੇ ਮਿਲ ਗਿਆ ਕਦੇ ਘੱਟ ਦੇ। ਬਾਕੀ ਜਿਵੇਂ ਕਵਲ ਜੀ ਨੇ ਦੱਸ ਦਿੱਤਾ ਟਰਾਂਸਪੋਰਟ ਮਾਫੀਆ ਆ ਗਿਆ, ਰੇਤ ਸੈਂਡ ਮਾਫੀਆ, ਸਾਰਾ ਕੁਝ। ਇਹ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਕਰਨ ਦਾ ਕਾਰਨ ਇਹ ਆ, ਉਹਨਾਂ ਨੂੰ ਪਤਾ ਕਿ ਇਹ ਬੰਦਾ ਅੱਜ ਵੀ ਪਿਛਲੀ ਸਰਕਾਰ ਦੇ ਵਿੱਚ ਵੀ ਉਹਨੇ ਸੰਤਾਪ ਹਟਾਇਆ। ਵੇਖੋ ਪਿਛਲੀ ਸਰਕਾਰ ਦੇ ਵਿੱਚ ਜਦੋਂ ਹੁਕੂਮਤ ਸੀ ਇਹਨਾਂ ਦੀ, ਉਦੋਂ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਵੱਲੋਂ ਝੰਡਾ ਚੁੱਕਿਆ, ਉਹਨੇ ਸੰਤਾਪ ਹਟਾਇਆ ਕਿਉਂਕਿ ਉਹ ਹਾਸ਼ੀਏ ਤੇ ਜਾ ਕੇ ਬੈਠਾ ਰਿਹਾ, ਉਹਦੀ ਨਹੀਂ ਸੁਣੀ ਗਈ। ਇਸ ਸਰਕਾਰ ਦੇ ਵਿੱਚ, ਦੂਜੀ ਸਰਕਾਰ ਕਾਂਗਰਸ ਦੇ ਵਿੱਚ ਆ ਕੇ ਵੀ ਉਹਨੇ ਜੇ ਲੋਕਾਂ ਦੇ ਹਿੱਕਾਂ ਦੇ ਹੱਕ ਦੀ ਗੱਲ ਕੀਤੀ ਆ ਤਾਂ ਉਹਨੂੰ ਫੇਰ ਸੰਤਾਪ ਭੋਗਣਾ ਪਿਆ, ਉਹਨੂੰ ਮੰਤਰੀਸ਼ਿਪ ਤੋਂ ਆਪਣਾ ਹੱਥ ਧੋ ਕੇ ਘਰ ਬਹਿਣਾ ਪੈ ਗਿਆ। ਲੋਕ ਇਸ ਕਰਕੇ ਲੋਕ ਮੰਨ ਰਹੇ ਨੇ ਕਿ ਜੇ ਉਹਨਾਂ ਦੀ ਆਵਾਜ਼ ਉਠਾਉਣ ਵਾਲਾ ਉਹਨਾਂ ਨੂੰ ਕੋਈ ਚਾਹੀਦਾ, ਕਿਉਂਕਿ ਪੰਜਾਬ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੀ ਆਵਾਜ਼ ਉਠਾਉਣ, ਕਿਉਂਕਿ ਸਿਆਸੀ ਜਿਹੜੀ ਦੂਜੀ ਸਮਾਜ ਆ ਨਾ, ਇਹਨਾਂ ਨੇ ਇੱਕ ਦੂਜੇ ਤੇ ਚਿੱਕੜ ਸਹਿ ਹੋਰ ਕੁਝ ਨਹੀਂ ਕੀਤਾ, ਪੰਜਾਬ ਦੇ ਹਿੱਤਾਂ ਦੀ ਗੱਲ ਕੋਈ ਨਹੀਂ ਕਰ ਰਹੀਆਂ। ਪੰਜਾਬ ਦੇ ਦੇਖੋ ਕੱਲੇ ਇਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ, ਬੇਰੁਜ਼ਗਾਰੀ ਦਾ ਮਸਲਾ ਵਾ, ਪੰਜਾਬ ਦੇ ਵਿੱਚ ਯੂਥ ਬਾਹਰ ਚਲੇ ਗਿਆ, ਬੜੇ ਜ਼ਿਆਦਾ ਮਸਲੇ ਨੇ, ਉਧਰ ਵੱਲ ਕੋਈ ਤਵੱਜੋ ਨਹੀਂ ਦੇ ਰਿਹਾ। ਔਰ ਦੂਸਰਾ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਜਿਹੜੀ ਮਿਲੀ ਆ ਕਿ ਨਵਜੋਤ ਅਕਾਲੀ ਦਲ ਜਿਹੜਾ ਹਮੇਸ਼ਾ ਪੰਥ ਦੇ ਨਾਂ ਤੇ ਆਪਾਂ ਨੂੰ ਵੋਟ ਲੈਂਦਾ ਆਇਆ, ਉਹਨੂੰ ਇੱਕ ਬਰਗਾੜੀ ਤੋਂ ਸੱਟ ਬੈਕ ਵੱਜੀ। ਔਰ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਪਲੱਸ ਪੁਆਇੰਟ ਹੋਇਆ ਜਦੋਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ, ਕਰਤਾਰਪੁਰ ਸਾਹਿਬ ਦਾ ਲਾਂਘੇ ਦੇ ਵਿੱਚ ਜਿਹੜਾ ਉਹਦਾ ਰੋਲ ਰਿਹਾ ਨਵਜੋਤ ਸਿੰਘ ਸਿੱਧੂ ਦਾ,
ਉਹ ਇੱਕ ਵੀ ਉਹਦੇ ਨਾਲ ਜਿਹੜੀ ਪੰਥਕ ਵੋਟ ਸੀ, ਜਿਹੜੇ ਪੰਥਕ ਹਲਕਿਆਂ ਦੇ ਵਿੱਚ ਜਿੱਥੇ ਕਿਤੇ ਨਾ ਕਿਤੇ ਜਾ ਕੇ ਉਹਨੂੰ ਸੱਟ ਪੈਕ ਵੱਜਦੀ ਆ ਕਿ ਜਦੋਂ ਕਿਤੇ ਮਾਮਲਾ ਆਉਂਦਾ ਵਾ, ਜੇ ਪੰਥ ਦੀ ਗੱਲ ਆ ਜਾਂਦੀ ਆ ਤੇ ਉਦੋਂ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਹੈਵੀ ਹੋ ਜਾਂਦੀਆਂ ਨੇ। ਅਕਾਲੀ ਦਲ ਜਾਂ ਇਹ ਜਿਹੜੇ ਦੂਸਰੇ ਨੇ ਇਹ ਪੰਥ ਦੇ ਨਾਂ ਤੇ ਘੇਰਨ ਦੀ ਕੋਸ਼ਿਸ਼ ਕਰਦੇ ਨੇ, ਚਾਹੇ ਉਹ 84 ਦਾ ਮਾਮਲਾ ਵਾ, ਚਾਹੇ ਬਲੂ ਸਟਾਰ ਦਾ ਮਾਮਲਾ, ਉਹਦੇ ਤੇ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਪਰ ਕਾਂਗਰਸ ਕੋ ਅੱਜ ਦੀ ਡੇਟ ਦੇ ਵਿੱਚ ਮੈਂ ਗੱਲ ਕਰਦਾ ਕਿ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਦੇ ਵਿਦਰੋਹ ਦੇ ਵਿੱਚ ਜੋ ਆਪਣਾ ਰੋਲ ਅਦਾ ਕੀਤਾ ਸੀ, ਮੋਹਰੀ ਭੂਮਿਕਾ ਅਦਾ ਕੀਤੀ ਆ, ਉਹਦੇ ਨਾਲ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਹੈਗੀ ਆ ਕਿ ਲੋਕਾਂ ਦੇ ਵਿੱਚ ਜਿਹੜੀ ਕਾਂਗਰਸ ਪ੍ਰਤੀ ਨਫ਼ਰਤ ਸੀ, ਮੰਨ ਲਓ ਕੱਲ ਨੂੰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਅੱਗੇ ਲੈ ਕੇ ਆ ਰਹੀ ਆ, ਜਾਂ ਕਾਂਗਰਸ ਪਾਰਟੀ ਜੇ ਨਵਜੋਤ ਸਿੰਘ ਸਿੱਧੂ ਕਿਸੇ ਸਟੇਜ ਤੋਂ ਪੀਛ ਕਰ ਰਿਹਾ ਨਾ, ਉਹ ਪੰਥਕ ਹਲਕਿਆਂ ਦੇ ਵਿੱਚ ਜਾ ਕੇ ਵੀ ਡੈਂਟ ਪਾ ਰਿਹਾ ਵਾ ਅਕਾਲੀ ਦਲ ਨੂੰ। ਅਕਾਲੀ ਦਲ ਨੂੰ ਸਭ ਤੋਂ ਵੱਡਾ ਖਤਰਾ ਵੀ ਇਸ ਗੱਲ ਦਾ ਪੈਦਾ ਹੋਇਆ ਵਾ ਕਿ ਇਹ ਪੰਥਕ ਵੋਟ ਵੀ ਸਾਡੀ ਜਿਹੜੀ ਉਹ ਤੋੜ ਰਿਹਾ। ਜੀ ਥੈਂਕ ਯੂ ਵੈਰੀ ਮਚ। ਜਿਹੜਾ ਵਾ ਪ੍ਰਾਸ਼ੀ ਜੀ ਤੇ ਇਸ ਮੁੱਦੇ ਤੇ ਮੈਂ ਜਵਾਬ ਲੈਣਾ ਚਾਹੁੰਦਾ। ਰਵਾਇਤੀ ਤਰ੍ਹਾਂ ਦੀ ਗੱਲ ਕਰਦੇ ਵੱਡੀਆਂ ਰਵਾਇਤੀ ਤਰ੍ਹਾਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ, ਜਿੱਦਾਂ ਰਾਜਨ ਮਾਨ ਉਹਨਾਂ ਨੇ ਵੀ ਕਿਹਾ, ਪਹਿਲਾਂ ਹਰਕਮਲ ਦੀ ਵੀ ਰਹਿ ਸੀ ਕਿ ਤੋਂ ਜਿਹੜੇ ਮੁੱਦੇ ਜਿਨ੍ਹਾਂ ਲਈ ਪੰਜਾਬੀਆਂ ਨਾਲ ਵਾਅਦੇ ਕਰਦੇ ਆ ਰਹੇ ਹੈ ਉਹ ਵਾਅਦੇ ਪੂਰੇ ਨਹੀਂ, ਤਾਂ ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਵੀ ਘਟੀ ਹੈ। ਸ਼ਾਇਦ ਉਹਦੀ ਵਜ੍ਹਾ ਕਰਕੇ ਜੇ ਕੋਈ ਬਦਲਵਾਂ ਆਲਟਰਨੇਟਿਵ ਦਿਖਦਾ ਹੈ ਤਾਂ ਉਹਦੇ ਕਰਕੇ ਵੀ ਨਵਜੋਤ ਸਿੱਧੂ ਨੂੰ ਪਲੱਸ ਪੁਆਇੰਟ ਜਾਂਦੇ ਹੈ, ਕਿਉਂਕਿ ਇਹ ਤਰ੍ਹਾਂ ਲੋਕਾਂ ਨੇ ਅਜਮਾ ਕੇ ਦੇਖੀਆਂ ਕਿ ਸਾਲੋਂ ਸਾਲ ਦਹਾਕਿਆਂ ਤੋਂ ਇਹਨਾਂ ਨੇ ਉਹਨਾਂ ਦਾ ਕੁਝ ਨਹੀਂ ਕੀਤਾ। ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ। ਪ੍ਰਾਸ਼ਾ ਜੀ ਜਗਤਾਰ ਜੀ, ਗੱਲ ਇਹ ਹੈ ਕਿ ਇਲੈਕਸ਼ਨ ਦੇ ਜਿਸਲੇ ਮੈਦਾਨ ਗਰਮ ਹੋਣਾ ਸ਼ੁਰੂ ਹੁੰਦਾ ਨਾ ਜੀ, ਤਾਂ ਉੱਥੇ ਕਈ ਇਸ਼ੂ ਜਿਹੜੇ ਹੈ ਉਹ ਭਖ ਜਾਂਦੇ ਹੈ। ਉਹਦੇ ਵਿੱਚ ਪਰਫਾਰਮੈਂਸ, ਕ੍ਰੈਡੀਬਿਲਿਟੀ, ਇਟ ਬਿਕਮ ਜਸਟ ਵਨ ਆਫ ਦੀ ਮੈਨੀ ਇਸ਼ੂਜ਼। ਉਸ ਤੋਂ ਬਾਅਦ ਜਿਹੜੇ ਵਾਅਦੇ ਪੂਰੇ ਕਰਨਾ ਨਹੀਂ ਆਉਂਦਾ, ਲੋਕੀ ਉਹਦੇ ਬਜਾਏ ਇਮੋਸ਼ਨਲ ਇਸ਼ੂ ਚੱਕ ਲੈਂਦੇ ਹੈ। ਉਸ ਤੋਂ ਬਾਅਦ ਉਹਦੇ ਵਿੱਚ ਹੋਰ ਤਰ੍ਹਾਂ ਦੇ ਪ੍ਰਲੋਭਨ ਆਉਣੇ ਸ਼ੁਰੂ ਹੋ ਜਾਂਦੇ ਹੈ। ਫਿਰ ਜਿਹੜਾ ਹੈ ਮਸਲ ਪਾਵਰ ਆ ਜਾਂਦੀ ਹੈ, ਮਨੀ ਪਾਵਰ ਆ ਜਾਂਦੀ ਹੈ, ਹੋਰ ਦਬਕੇ ਆ ਜਾਂਦੇ, ਸਭ ਕੁਝ ਆ ਜਾਂਦਾ ਹੈ। ਤਾਂ ਇਲੈਕਸ਼ਨ ਇਜ਼ ਏ ਵੈਰੀ ਕੰਪਲੈਕਸ ਗੇਮ, ਔਰ ਉਹਦੇ ਵਿੱਚ ਸਿਰਫ ਇਹ ਕਹਿਣਾ ਹੈ ਕਿ ਜੀ ਉਹ ਨਵਜੋਤ ਸਿੰਘ ਸਿੱਧੂ ਜਿਹੜਾ ਚਮਕਦਾ ਸਿਤਾਰਾ ਹੈ, ਇਹਨੂੰ ਦੇਖਦੇ ਸਾਰੇ ਲੋਕ ਡੁੱਲ ਜਾਣਗੇ। ਉਹ ਚਾਹੇ ਚਮਕਦਾ ਸਿਤਾਰਾ ਵੀ ਹੋਵੇ, ਲੇਕਿਨ ਜਿਸਲੇ ਇਲੈਕਸ਼ਨ ਦੇ ਵਿੱਚ ਇਹਦਾ ਮੈਦਾਨ ਭਖਦਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਇਸ਼ੂ ਆਉਣੇ ਸ਼ੁਰੂ ਹੋ ਜਾਂਦੇ ਹੈ, ਤਰ੍ਹਾਂ ਤਰ੍ਹਾਂ ਦੇ ਫੈਕਟਰ ਜਿਹੜੇ ਦੇ ਕਮ ਇਨ ਟੂ ਪਲੇ, ਉਹਦੇ ਵਿੱਚ ਜਿਹੜੀ ਹੁਣ ਆਪਾਂ ਹੋਰ ਛੱਡੋ, ਬਾਕੀ ਤੁਸੀਂ ਇਹ ਦੇਖੋ ਕਿ ਹੁਣ ਚੀਨ ਦੇ ਬਾਰਡਰ ਦੇ ਉੱਤੇ ਕੀ ਹਾਲਾਤ ਹੋ ਰਹੇ। ਕੱਲ੍ਹ ਨੂੰ ਅਗਰ ਉੱਥੇ ਖੁਦਾ ਨਾ ਖਾਸਤਾ ਕੋਈ ਜੰਗ ਛਿੜਦੀ ਹੈ, ਸਾਰੇ ਹਾਲਾਤ ਬਦਲ ਜਾਣਗੇ, ਹਰ ਚੀਜ਼ ਬਦਲ ਜਾਏਗੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਾਂ ਇਹ ਇਸੇ ਤੋਂ ਹੁਣ ਤੋਂ ਆਪਾਂ ਜਿਤਾਏ ਪਈਏ, ਉਹ ਗੱਲ ਨਹੀਂ ਹੈ। ਤਾਂ ਇਹਨਾਂ ਤੇ ਸਾਨੂੰ ਨਜ਼ਰ ਰੱਖਣੀ ਪੈਣੀ ਹੈ ਅੱਗੇ, ਕਈ ਇਨਡਿਟਰਮਿਨੇਟ ਫੈਕਟਰ ਹੈਗੇ ਜਿਹੜੇ। ਥੈਂਕ ਯੂ ਪ੍ਰਾਸ਼ਾ ਜੀ। ਹਰਕਮਲ ਜੀ, ਲਾਸਟ ਕਮੈਂਟ ਜਿਹੜਾ ਹੈਗਾ, ਜਿੱਦਾਂ ਪ੍ਰਾਸ਼ਾ ਜੀ ਨੇ ਵੀ ਕਿਹਾ ਕਿ ਸਭ ਕੁਝ ਦੇ ਬਾਵਜੂਦ ਵੀ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਧਿਰਾਂ ਉਹ ਇੰਨੀਆਂ ਕੁ ਮਜ਼ਬੂਤ ਹੈਗੀਆਂ ਕਿ ਮੌਕੇ 'ਤੇ ਆ ਕੇ ਜਿਹੜੀਆਂ ਹੈਗੀਆਂ ਉਹ ਗੇਮ ਬਦਲਣ ਦੇ ਵਿੱਚ ਵੀ ਬੜੀਆਂ ਮਾਹਰ ਹੈਗੀਆਂ, ਕਿ ਚੋਣਾਂ ਦੇ ਮੌਕੇ 'ਤੇ ਆ ਕੇ ਇਹੋ ਜਿਹੇ ਮੁੱਦੇ ਖੜ੍ਹੇ ਕਰਦੀਆਂ ਕਿ ਜਿਹੜੇ ਪਹਿਲਾਂ ਜਿਹੜੇ ਸਟਾਰ ਹੁੰਦੇ ਆ ਉਹਨਾਂ ਨੂੰ ਵੀ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰਦੀਆਂ। ਰਵਾਇਤੀ ਧਿਰਾਂ ਵੀ ਕਿਸੇ ਨਾ ਕਿਸੇ ਦਾਅ 'ਤੇ ਲੱਗੀਆਂ ਰਹਿੰਦੀਆਂ। ਉਹਨਾਂ ਨੂੰ ਤੁਸੀਂ ਆਪਾਂ ਇੰਨਾ ਜਿਹੜਾ ਹੈਗਾ ਉਹਨਾਂ ਦੇ ਸਮਰੱਥਾ ਜਾਂ ਉਹਨਾਂ ਦੀ ਸ਼ਕਤੀ ਨੂੰ ਘਟਾ ਕੇ ਨਹੀਂ ਦੇਖ ਸਕਦੇ ਜੀ। ਕੋਈ ਤੇ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਜਿਹੜੀ ਚੋਣ ਹੈਗੀ ਹੈ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਡਰਾਮਾ ਹੈਗਾ। ਇਹਨੂੰ ਸਮਝਣਾ ਬਹੁਤ ਮੁਸ਼ਕਲ ਹੈ, ਔਰ ਜਦੋਂ ਚੋਣ ਹੋਏਗੀ ਉਦੋਂ ਹਾਲਾਤ ਕੀ ਹੋਣਗੇ, ਉਸ ਵੇਲੇ ਦਾ ਮਾਹੌਲ ਕੀ ਹੋਵੇਗਾ, ਇਸ਼ੂਜ਼ ਕੀ ਹੋਣਗੇ, ਇਹ ਬਹੁਤ ਇੰਪੋਰਟੈਂਟ ਹੋਏਗਾ। ਲੇਕਿਨ ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਜਿੰਨੇ ਕਾਂਗਰਸ ਦੇ ਵਿਧਾਨਕਾਰ ਨੇ ਅੱਜ ਉਹ ਜੋ ਮਰਜ਼ੀ ਭਾਵੇਂ ਸਾਰੇ ਰੇਤ ਬਦਰੀ ਚੋਂ ਹਿੱਸਾ ਲੈ ਰਹੇ ਹੋਣ, ਸਾਰੇ ਕੋਈ ਨਾ ਕੋਈ ਇਧਰੋਂ ਉਧਰੋਂ ਪੈਸੇ ਇਕੱਠੇ ਕਰ ਰਹੇ ਹੋਣ, ਲੇਕਿਨ ਅਲਟੀਮੇਟਲੀ ਨਿਸ਼ਾਨਾ ਉਹਨਾਂ ਸਾਰਿਆਂ ਦਾ ਇੱਕ ਜ਼ਰੂਰ ਹੈਗਾ ਕਿ ਅਸੀਂ ਨੈਕਸਟ ਇਲੈਕਸ਼ਨ ਜਿੱਤਣੀ ਹੈ। ਇਹ ਚਿੰਤਾ ਉਹਨਾਂ ਨੂੰ ਹੋਣੀ ਸ਼ੁਰੂ ਹੋ ਗਈ ਹੈ। ਦੇਖੋ ਹੁਣ 1.5 ਸਾਲ ਰਹਿ ਗਿਆ ਹੈ, ਉਹਨਾਂ ਨੂੰ ਇਹ ਚਿੰਤਾ ਹੋਣੀ ਸ਼ੁਰੂ ਹੋ ਗਈ ਹੈ ਕਿ ਅਸੀਂ ਕੱਲ ਨੂੰ ਇਲੈਕਸ਼ਨ ਕਿੱਦਾਂ ਜਿੱਤਾਂਗੇ, ਔਰ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਹੋ ਜੀ ਸਾਡੀ ਪਰਫਾਰਮੈਂਸ ਸਰਕਾਰ ਦੀ ਹੈਗੀ ਹੈ, ਜਿੰਨੇ ਲੋਕੀ ਸਾਡੇ ਤੋਂ ਨਾ ਖੁਸ਼ ਹੈਗੇ ਨੇ, ਅਸੀਂ ਇਲੈਕਸ਼ਨ ਜਿੱਤਣ ਦੇ ਕਾਬਿਲ ਨਹੀਂ ਹੈਗੇ, ਅਸੀਂ ਕੱਲ ਨੂੰ ਸਾਡੀ ਪਾਰਟੀ ਇਲੈਕਸ਼ਨ ਨਹੀਂ ਜਿੱਤ ਸਕਦੀ। ਸੋ ਮੇਰਾ ਇਹ ਸੋਚਣਾ ਹੈਗਾ ਕਿ ਇਹੋ ਜਿਹੇ ਇਹ ਜਿਹੜੇ ਹਾਲਾਤ ਬਿਲਡ ਹੋ ਰਹੇ ਨੇ, ਇਹਦੇ 'ਚ ਕਈ ਕਿਸਮ ਦੀ ਉਥਲ ਪੁਥਲ ਹੋਏਗੀ। ਕਾਂਗਰਸੀ ਵਿਧਾਨਕਾਰ ਇਸ ਡਰ, ਇਸ ਸਹਿਮ ਦੇ ਵਿੱਚ ਕਈ ਕੁਛ ਕਰਨਗੇ ਕਿ ਨਹੀਂ ਜੀ ਚੇਂਜਸ ਲੈ ਕੇ ਆਓ। ਕਾਂਗਰਸੀਆਂ ਦੀ ਇੱਕ ਸੋਚ ਹੈਗੀ ਹੈ ਕਿ ਅੱਗੇ ਇੱਕ ਬੰਦਾ ਇਹੋ ਜਿਹਾ ਲੈ ਆਓ ਜਿਹੜਾ ਵੋਟ ਕੈਚਰ ਹੋਵੇ, ਕਿ ਪਿੱਛੇ ਜਿੰਨੇ ਛੋਟੇ ਮੋਟੇ ਟੁੱਕੀ ਮਾਰਨ ਵਾਲੇ ਵੀ ਸਾਰੇ ਸ਼ਾਮਲ ਹੋ ਜਾਓ, ਉਹਦੇ 'ਚ ਵੋਟਾਂ ਤੁਹਾਨੂੰ ਮਿਲ ਜਾਣਗੀਆਂ, ਤੁਸੀਂ ਜਿੱਤ ਸਕਦੇ ਹੋ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਸੋਚ ਹੈ ਨਾ ਕਾਂਗਰਸੀਆਂ ਦੀ, ਤੁਸੀਂ ਦੇਖਿਓ ਆਉਣ ਵਾਲੇ ਦਿਨਾਂ 'ਚ ਇੱਕ
ਪਾਰਟੀ 'ਚ ਕਈ ਕਿਸਮ ਦੀਆਂ ਚੇਂਜਸ ਲੈ ਕੇ ਆਏਗੀ, ਪਰ ਪਾਰਟੀ ਹਾਈ ਕਮਾਂਡ ਵੀ ਜਿਹੜੀ ਹੈਗੀ ਹੈ ਇਸ ਵੇਲੇ ਕਾਂਗਰਸ ਦੀ, ਉਹ ਵੀ ਕਦੀ ਨਹੀਂ ਚਾਹੇਗੀ ਕਿ ਪੰਜਾਬ ਵਰਗਾ ਇੱਕ ਇੰਪੋਰਟੈਂਟ ਸੂਬਾ ਜਿਹੜਾ ਹੈ ਉਹਨੂੰ ਉਹ ਈਜ਼ੀਲੀ ਬਿਲਕੁਲ ਛੱਡ ਦੇਣ ਜਾਂ ਬਿਲਕੁਲ ਈਜ਼ੀਲੀ ਕਿਸੇ ਹੋਰ ਨੂੰ ਦੇ ਦੇਣ। ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਹੋ, ਰਵਾਇਤੀ ਧਿਰਾਂ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਵੀ ਅਜੇ ਕੁਝ ਨਹੀਂ ਤੁਸੀਂ ਕਹਿ ਸਕਦੇ। ਰੀਜ਼ਨ ਬੀਇੰਗ ਜਿਹੜਾ ਇੱਕ ਥਰਡ ਫਰੰਟ ਕੋਈ ਟਕਸਾਲੀ ਖੜਾ ਹੋ ਰਿਹਾ, ਢੀਂਡਸਾ ਸਾਹਿਬ ਖੜੇ ਹੋ ਰਹੇ ਨੇ, ਕੁਝ ਹੋਰ ਲੋਕ ਲੱਗੇ ਹੋਏ ਨੇ, ਉਹਦਾ ਕੀ ਮੂੰਹ ਸਿਰ ਬਣੇਗਾ, ਕਿਹੋ ਜਿਹਾ ਉਹ ਥਰਡ ਫਰੰਟ ਬਣੇਗਾ, ਡਿਪੈਂਡ ਕਰੇਗਾ ਕਿੰਨੀ ਕੁ ਵੋਟ ਤੋੜ ਸਕੇਗਾ, ਕਿਹਦੀ ਵੋਟ ਤੋੜੇਗਾ। ਇਹ ਗੱਲਾਂ ਸਾਰੀਆਂ ਬਹੁਤ ਇੰਪੋਰਟੈਂਟ ਹੋਣਗੀਆਂ ਮੈਨੂੰ ਲੱਗਦਾ। ਇਹ ਸਾਰੀਆਂ ਗੱਲਾਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਇਹ ਕਲੀਅਰ ਹੋ ਸਕਣਗੀਆਂ ਕਿ ਕੌਣ ਕਿਹੜੀ ਥਾਂ ਤੇ ਖੜਾ ਹੋਇਆ। ਹਰਕਮਲ ਜੀ, ਪ੍ਰਾਸ਼ਾ ਜੀ, ਮਾਨ ਸਾਹਿਬ, ਤਿੰਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਸਾਡੇ ਤਿੰਨੋਂ ਸੀਨੀਅਰ ਜਰਨਲਿਸਟਾਂ ਨੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਬੜੀਆਂ ਦਲੇਰਾਨਾ ਟਿੱਪਣੀਆਂ ਕੀਤੀਆਂ ਤੇ ਮੈਂ ਕਹਾਂਗਾ ਕਿ ਪੰਜਾਬ ਦੇ ਦਰਦ ਦੀ ਚੀਜ਼, ਪੰਜਾਬੀ ਦਾ ਅਖਲੌਤਾ ਚੈਨਲ ਜਿਹੜਾ ਪੰਜਾਬ ਦੇ ਮੁੱਦਿਆਂ ਤੇ ਮੀਡੀਆ ਦੀ ਸਭ ਤੋਂ ਵੱਡੀ ਬਹਿਸ ਨੂੰ ਤੁਹਾਡੀ ਕਚਹਿਰੀ 'ਚ ਲੈ ਕੇ ਆਉਂਦਾ ਹੈ। ਉਮੀਦ ਹੈ ਤੁਸੀਂ ਪਸੰਦ ਕਰੋਗੇ ਤੇ ਆਪਣੇ ਕਮਿਊਨੀਕੇਸ਼ਨ ਦੇ ਜਿਹੜੇ ਸੋਰਸਸ ਹੈ ਉਹਨਾਂ ਤੇ ਸ਼ੇਅਰ ਵੀ ਜ਼ਰੂਰ ਕਰੋਗੇ। ਇੱਕ ਵਾਰ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਜਿੱਥੇ ਤਿੰਨਾਂ ਸੀਨੀਅਰ ਜਰਨਲਿਸਟਾਂ ਦਾ ਧੰਨਵਾਦੀ ਹੈ, ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।